ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम जी पाकिस्तानियों। उम्मीद करते हैं कि खैर खैरियत ਦੇ ਨਾਲ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ। ਅੱਲਾ ਦਾ ਸ਼ੁਕਰ ਹੈ, ਸਭ ਖੈਰੀਅਤ ਹੈ। ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਅਸੀਂ ਹਰ ਦਫਾ ਜਦੋਂ ਤੁਹਾਡੇ ਨਾਲ ਮਿਲਣਾ ਵਾ ਅਸੀਂ ਤੁਹਾਡੇ ਕੋਲੋਂ ਵੀ ਸਿੱਖਣਾ ਤੇ ਕੋਸ਼ਿਸ਼ ਕਰਨੀ ਆ ਕਿ ਤੁਸੀਂ ਵੀ ਸਾਡੇ ਕੋਲੋਂ ਕੁਝ ਸਿੱਖੋ। ਗੁਜ਼ਸ਼ਤਾ ਦਿਨਾਂ ਦੇ ਵਿੱਚ ਯੂਕੇ ਦੇ ਵਿੱਚ ਲੇਡੀ ਆਫ ਹੈਵਨ ਦੇ ਨਾਂ ਤੋਂ ਇੱਕ ਫਿਲਮ ਬਣੀ ਆ, ਜਿਹਦੇ 'ਚ ਸਾਡੀਆਂ ਇਸਲਾਮੀ ਹਸਤੀਆਂ, ਬਹੁਤ ਮੋਤਬਰ ਹਸਤੀਆਂ, ਉਹਨਾਂ ਦੇ ਬਾਰੇ 'ਚ ਗੁਸਤਾਖਾਨਾ ਮਟੀਰੀਅਲ ਜਿਹੜਾ ਵਾ ਉਹ ਇਸ ਫਿਲਮ ਦੇ ਵਿੱਚ ਪਾਇਆ ਜਾਂਦਾ ਅਤੇ ਅਸੀਂ ਇਸ ਚੀਜ਼ ਨੂੰ ਪੁਰਜ਼ੋਰ ਇਹਦੀ ਮਜ਼ੰਮਤ ਕਰਦੇ ਹਾਂ, ਇਹਨੂੰ ਕੰਡੈਮ ਕਰਦੇ ਹਾਂ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਦਿਲ ਹੈ ਉਹਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ ਔਰ ਅਸੀਂ ਕਿਸੇ ਜਗ੍ਹਾ 'ਤੇ ਜਾ ਕੇ ਮਜਬੂਰ ਹੋ ਜਾਂਦੇ ਹਾਂ। ਜੇ ਅਗਰ ਕੋਈ ਅਸੀਂ ਐਕਸ਼ਨ ਲੈਂਦੇ ਹਾਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਤਾਂ ਫਿਰ ਇਹ ਲੋਕ ਸਾਨੂੰ ਕਹਿੰਦੇ ਜੀ ਤੁਸੀਂ ਦਹਿਸ਼ਤਗਰਦ ਹੋ, ਤੁਸੀਂ ਇੰਤਹਾ ਪਸੰਦ ਹੋ। ਅਤੇ ਸਾਡੇ ਕੋਲ ਹੋਰ ਆਪਸ਼ਨ ਕੋਈ ਨਹੀਂ ਹੈ, ਕਿਉਂਕਿ ਇਨਸਾਨ ਜਿਹੜਾ ਵਾ, ਅਗਰ ਕੋਈ ਸਹੀ ਇਨਸਾਨ ਹੈ ਜਿਹਨੂੰ ਅੱਲਾਹ ਤਾਲਾ ਨੇ ਈਮਾਨ ਦਿੱਤਾ ਤਾਂ ਉਹ ਈਮਾਨ ਜਿਹੜਾ ਵਾ ਉਸ ਤੋਂ ਅੱਗੇ ਉਹਦੇ ਵਾਸਤੇ ਕੋਈ ਚੀਜ਼ ਨਹੀਂ ਹੈ, ਖਾ ਉਹ ਕਿਸੇ ਵੀ ਫਿਰਕੇ ਤੋਂ ਹੋਵੇ। ਜਿਸ ਇਨਸਾਨ ਦੇ ਦਿਲ 'ਚ ਖੁਦਾ ਦਾ ਖੌਫ ਆ ਜਾਂਦਾ ਵਾ ਫਿਰ ਉਹਦੀ ਦਿਲ ਦੇ ਵਿੱਚੋਂ ਦੁਨੀਆ ਦੀ ਤਮਾ, ਲਾਲਚ, ਪੈਸੇ ਦੀ ਹਵਸ, ਹਰ ਚੀਜ਼ ਖ਼ਤਮ ਹੋ ਜਾਂਦੀ ਹੈ ਔਰ ਉਹ ਹਰ ਚੀਜ਼ ਕੁਰਬਾਨ ਕਰਨ 'ਤੇ ਤਿਆਰ ਹੋ ਜਾਂਦਾ। ਇਹ ਕੋਈ ਜ਼ੁਬਾਨੀ ਕਲਾਮੀ ਨਹੀਂ ਹੈ। ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਇਰਦ ਗਿਰਦ ਕੋਈ ਐਸੇ ਬੰਦੇ ਆ ਜਿਨ੍ਹਾਂ ਨੇ ਕਦੀ ਨਮਾਜ਼ ਵੀ ਨਹੀਂ ਪੜ੍ਹੀ, ਜਿਨ੍ਹਾਂ ਨੂੰ ਦੀਨ ਦਾ ਸ਼ਾਊਰ ਵੀ ਨਹੀਂ ਹੈ, ਲੇਕਿਨ ਜਦੋਂ ਇਸ ਤਰ੍ਹਾਂ ਦੀ ਕੋਈ ਗੁਸਤਾਖਾਨਾ ਕੋਈ ਗੱਲ ਸਾਹਮਣੇ ਆਉਂਦੀ ਹੈ ਜਾਂ ਕੋਈ ਇਸਲਾਮ ਮੁਖਾਲਫ ਕੋਈ ਪੋਲਿਸੀ ਬਣਦੀ ਆ, ਕੋਈ ਇਸਲਾਮ ਦੁਸ਼ਮਣ ਗੱਲ ਹੁੰਦੀ ਆ ਅਤੇ ਉਹ ਲੋਕ ਸਾਰਿਆਂ ਤੋਂ ਅੱਗੇ ਹੁੰਦੇ ਆ, ਕਿਉਂਕਿ ਉਹ ਇਹ ਸਮਝਦੇ ਆ ਕਿ ਅਗਰ ਇਨਸਾਨ ਜਿਹੜਾ ਵਾ ਇਸ ਜ਼ਿੰਦਗੀ 'ਚ ਗੁਜ਼ਾਰ ਰਿਹਾ, ਜ਼ਿੰਦਗੀ ਇੱਜ਼ਤ ਦੇ ਨਾਲ ਇਸ ਦੁਨੀਆ ਦੇ ਵਿੱਚ ਮਰਨਾ ਤੇ ਅਸੀਂ ਸਾਰਿਆਂ ਨੇ ਹੈ, ਕਿਉਂ ਨਾ ਅਸੀਂ ਕਿਸੇ ਖਾਸ ਮਕਸਦ ਵਾਸਤੇ ਮਰ ਜਾਈਏ। ਅਤੇ ਅੱਜ ਤੁਹਾਡੇ ਨਾਲ ਕੰਟੈਕਟ ਕਰਨ ਦਾ ਸਿਰਫ ਔਰ ਸਿਰਫ ਮਕਸਦ ਇਹ ਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਣਿਆ ਕਿ ਲੋਕ ਗੁਸਤਾਖਾਨਾ ਗੱਲਾਂ ਕਰਦੇ ਆ, ਬਾਜ਼ ਦਫਾ ਕੁਝ ਗੈਰ ਮਜ਼ਹਬ, ਈਵਨ ਕਿ ਫਿਰਕਾ ਵਾਰੀਅਤ ਦੇ ਵਿੱਚ ਵੀ ਇਹ ਚੀਜ਼ਾਂ ਪਾਈਆਂ ਜਾਂਦੀਆਂ। ਸ਼ੀਆ ਸੁੰਨੀ ਹੈ, ਸੁੰਨੀ ਵਹਾਬੀ ਆ, ਦਿਓਬੰਦੀ ਅਹਿਲੇ ਹਦੀਸ ਹੈ, ਇਹਨਾਂ ਲੋਕਾਂ ਦਾ ਆਪਸ ਦੇ ਵਿੱਚ ਕਲੈਸ਼ ਚੱਲਦਾ ਆ ਰਿਹਾ। ਇੱਕ ਦੂਸਰੇ ਨੂੰ ਮਰਜ਼ਈ ਆ, ਇੱਕ ਦੂਸਰੇ ਨੂੰ ਇਹ ਕਾਫਰ ਕਹਿ ਰਹੇ ਆ। ਮਰਜ਼ਈਆਂ ਤੋਂ ਇਲਾਵਾ ਇਹਨਾਂ ਨੂੰ ਤਾਂ ਛੱਡ ਦਿਓ ਨਾ, ਉਹ ਤਾਂ ਕਨਫਰਮ ਹੈ ਹੀ ਕਾਫਰ ਹੈ, ਕਿਉਂਕਿ ਜਿਸ ਬੰਦੇ ਦਾ ਖਤਮੇ ਨਬੂਵਤ ਦੇ ਯਕੀਨ ਨਹੀਂ ਹੈ ਉਹ ਬੰਦਾ ਦਾਰੁਲ ਇਸਲਾਮ 'ਚੋਂ, ਜਿਹੜਾ ਉਹ ਦਾਰੇ ਇਸਲਾਮ 'ਚੋਂ ਖਾਰਿਜ ਹੈ, ਕਿਉਂਕਿ ਉਹਦਾ ਯਕੀਨ ਹੀ ਨਹੀਂ ਹੈ। ਇਸੇ ਤਰ੍ਹਾਂ ਬਾਕੀ ਫਿਰਕੇ ਵੀ ਇੱਕ ਦੂਸਰੇ ਨੂੰ ਕਾਫਰ ਕਹਿੰਦੇ ਆ। ਮੈਂ ਤੁਹਾਡੇ ਅੱਗੇ ਸਿਰਫ ਔਰ ਸਿਰਫ ਇੱਕ ਅੱਲਾ ਵਾਸਤੇ ਦੀ ਗੱਲ ਕਰਦਾ ਵਾਂ ਔਰ ਰੱਖਦਾ ਵਾਂ, ਔਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਵੀ ਉਹਦੇ 'ਤੇ ਭਰਪੂਰ ਤਰੀਕੇ ਦੇ ਨਾਲ ਅਮਲ ਕਰਾਂ। ਮੁਸਲਮਾਨ ਅਤੇ ਮੋਮਨ ਦੇ ਵਿੱਚ ਇਹੀ ਫ਼ਰਕ ਹੈ ਕਿ ਮੋਮਨ ਜਿਹੜਾ ਵਾ ਉਹ ਹਰ ਉਹ ਗੱਲ ਪਹਿਲੇ ਆਪਣੇ 'ਤੇ ਅਮਲ ਕਰਦਾ ਅਤੇ ਫਿਰ ਉਹ ਲੋਕਾਂ ਨੂੰ ਦੱਸਦਾ, ਅਤੇ ਜਿਹੜਾ ਮੁਸਲਮਾਨ ਹੈ ਉਹ ਅਮਲ ਕਰੇ ਨਾ ਕਰੇ ਉਹ ਲੋਕਾਂ ਨੂੰ ਦੱਸੀ ਜਾਂਦਾ ਕਿ ਨਮਾਜ਼ ਪੜ੍ਹੋ, ਆਪ ਉਹ ਪੜ੍ਹੇ ਨਾ ਪੜ੍ਹੇ ਉਹਨੂੰ ਕੋਈ ਇਸ ਚੀਜ਼ ਦੀ ਪਰਵਾਹ ਨਹੀਂ। ਇਹ ਮੁਸਲਮਾਨ ਅਤੇ ਮੋਮਨ 'ਚ ਇਹ ਫ਼ਰਕ ਹੈ। ਅਸੀਂ ਸਾਰੇ ਮੁਸਲਮਾਨ ਹੈ ਲੇਕਿਨ ਸਾਡੇ ਅਮਾਲ ਸਾਨੂੰ ਮੋਮਨ ਬਣਾ ਦਿੰਦੇ ਆ। ਮੁਸਲਮਾਨਾਂ ਦੇ ਵਿੱਚ ਤਕਵੇ ਦੀ ਬੇਸ ਦੇ ਉੱਤੇ ਅਸੀਂ ਆਪਣੀ ਜਿਹੜੀ ਆ ਉਹ ਰੈਂਕਿੰਗ ਕਰਦੇ ਹਾਂ ਅੱਲਾ ਦੇ ਨਜ਼ਦੀਕ। ਇਸੇ ਤਰ੍ਹਾਂ ਔਲੀਆ ਕਰਾਮ ਹੈ, ਅੰਬੀਆ ਕਰਾਮ ਹੈ, ਸਾਡੇ ਮੁਹੱਦਿਸ ਹੈ, ਮੁਫੱਸਿਰ ਹੈ, ਫੁਕਹਾ ਵਾ, ਮੁਜੱਦਿਦੀਨ ਹੈ, ਜਿਹੜੇ ਕਿ ਹਰ ਸਦੀ ਦੇ ਵਿੱਚ ਗੌਸ ਕੁਤਬ ਪਾਏ ਜਾਂਦੇ ਆ। ਇਸ ਤਰ੍ਹਾਂ ਕਰਕੇ ਕਾਫੀ ਸਾਰੇ ਰੈਂਕ ਹੈ ਔਰ ਸਿਰਫ ਇਹ ਬੇਸ
ਅੱਲਾ ਦੀ ਤਰਫੋਂ ਔਰ ਦੁਨੀਆ ਦੀ ਨਜ਼ਰ ਦੇ ਵਿੱਚ ਸਿਰਫ ਔਰ ਸਿਰਫ ਉਹਨਾਂ ਦੇ ਪਰਹੇਜ਼ ਔਰ ਤਕਵੇ ਦੀ ਵਜ੍ਹਾ ਤੋਂ ਹੀ ਉਹਨਾਂ ਨੂੰ ਇਹ ਕਲਾਸਾਂ ਜਿਹੜੀਆਂ ਮਿਲਦੀਆਂ। ਬਾਕੀ ਦਿਲਾਂ ਦੇ ਹਾਲ ਅੱਲਾ ਜਾਣਦਾ। ਮੈਂ ਸਿਰਫ ਔਰ ਸਿਰਫ ਕਮ ਟੂ ਦਾ ਪੁਆਇੰਟ ਆ ਰਿਹਾ ਵਾਂ ਕਿ ਲੇਡੀ ਆਫ ਹੈਵਨ ਆਈ ਹੈ, ਉਸ ਤੋਂ ਬਾਅਦ ਦੇ ਵਿੱਚ ਪੂਰੇ ਯੂਕੇ 'ਚ ਪੂਰੇ ਦੁਨੀਆ ਦੇ ਵਿੱਚ ਮੁਸਲਮਾਨ ਦੁਖੀ ਆ। ਮੈਂ ਅੱਗੇ ਤੁਹਾਡੇ ਅੱਗੇ ਅਰਜ਼ ਕਰ ਚੁੱਕਾ ਵਾਂ ਕਿ ਅਸੀਂ ਇੱਥੇ ਪ੍ਰਦੇਸ਼ 'ਚ ਬੈਠੇ ਹਾਂ, ਕੋਈ ਸਊਦੀਆ ਬੈਠਾ, ਕੋਈ ਯੂਰਪ 'ਚ ਹੈ, ਕੋਈ ਯੂਕੇ 'ਚ ਹੈ, ਕੋਈ ਅਮਰੀਕਾ 'ਚ ਹੈ। ਅਸੀਂ ਇੱਥੇ ਪਰਦੇਸੀ ਲੋਕ ਹੈ, ਆਪਣੀ ਆਪਣੀ ਰੋਜ਼ੀ ਰੋਟੀ ਦੇ ਚੱਕਰ 'ਚ ਆਏ ਹਾਂ, ਠੀਕ ਹੈ। ਅਤੇ ਸਿਰਫ ਔਰ ਸਿਰਫ ਸਾਡੀ ਅਟੈਂਸ਼ਨ ਇਹੀ ਆ ਕਿ ਅਸੀਂ ਆਪਣੀਆਂ ਫੈਮਲੀਆਂ ਨੂੰ ਸਪੋਰਟ ਕਰੀਏ, ਭੈਣਾਂ ਭਰਾਵਾਂ ਨੂੰ ਸਪੋਰਟ ਕਰੀਏ, ਆਪਣੇ ਸਿਸਟਮ ਨੂੰ ਥੋੜ੍ਹਾ ਜਿਹਾ ਸਿੱਧਾ ਕਰੀਏ। ਹੋਰ ਜਿਹੜੇ ਲੋਕ ਘਰੋਂ ਬਾਹਰ ਬੈਠੇ ਆ ਉਹ ਕੋਈ ਨਸ਼ਾ ਵੇਚਣ ਲਈ ਨਹੀਂ ਬੈਠੇ। ਉਹ ਜਿਹੜਾ ਵੀ ਪੈਸਾ ਕਮਾਉਂਦੇ ਆ, ਚੰਗਾ ਮਾੜਾ ਕੰਮ ਕਰਦੇ ਆ, ਉਹ ਆਪਣੇ ਪਿਛਲੀਆਂ ਨੂੰ ਹੀ ਭੇਜਦੇ ਆ। ਕੋਈ ਥੋੜ੍ਹਾ ਭੇਜਦਾ, ਕੋਈ ਬਹੁਤਾ ਭੇਜਦਾ, ਲੇਕਿਨ ਹਰ ਬੰਦੇ ਦੀ ਕੋਸ਼ਿਸ਼ ਇਹੀ ਹੈ ਕਿ ਉਹ ਆਪਣੀ ਫੈਮਲੀ ਦੀ ਭੁੱਖ ਕੱਢ ਦੇਵੇ। ਇਸ ਕਰਕੇ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਹਾਂ। ਹੁਣ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ, ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਰੀਏ ਕੀ। ਅਸੀਂ ਇਸ ਕੰਮ ਕਰਨ ਵਾਲੇ ਬੰਦੇ ਨੂੰ ਮਾਰ ਦਈਏ, ਕਾਨੂੰਨ ਨੂੰ ਹੱਥ 'ਚ ਲੈ ਲਈਏ, ਜਾਂ ਇਹ ਜੋ ਕੁਛ ਕਰ ਰਹੇ ਇਹਨਾਂ ਨੂੰ ਕਰਨ ਦਈਏ। ਇੱਕ ਸਿੰਪਲ ਬੰਦਾ ਜਿਹੜਾ ਵਾ ਉਹ ਪਾਕਿਸਤਾਨ ਦੇ ਵਿੱਚ ਇੱਕ ਸਰਕਾਰੀ ਆਫੀਸਰ ਹੈ, ਕੋਈ ਪੁਲਿਸ ਆਫੀਸਰ ਹੈ, ਕਾਂਸਟੇਬਲ ਹੈ। ਉਹ ਸਿਸਟਮ ਇੰਨਾ ਗੰਦਾ ਵਾ ਕਿ ਉਹ ਇਕੱਲਾ ਬੰਦਾ ਸਿਸਟਮ ਨੂੰ ਠੀਕ ਨਹੀਂ ਕਰ ਸਕਦਾ। ਉਹ ਜਿੰਨਾ ਮਰਜ਼ੀ ਇਮਾਨਦਾਰ ਹੋਏਗਾ, SHO ਪੈਸੇ ਲਏ ਹੋਣਗੇ, ਮੰਥਲੀ ਲਈ ਹੋਏਗੀ ਪਾਊਡਰ ਵੇਚਣ ਵਾਲੇ ਕੋਲੋਂ, ਇੱਕ ਕਾਂਸਟੇਬਲ ਕਿਸ ਤਰ੍ਹਾਂ ਜਾ ਕੇ ਉਸ ਬੰਦੇ ਦੇ ਨਾਲ, ਉਹ ਡਰੱਗ ਡੀਲਰ ਦੇ ਨਾਲ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦਾ। ਪਿੱਛੇ ਥਾਣੇ ਦੀ ਮਾਂ ਜਿਹੜੀ ਆ ਉਹ ਕੁੱਤੀ ਚੋਰਾਂ ਨਾਲ ਰਲੀ ਆ, ਸਪਾਈ ਕੀ ਕਰੇਗਾ। ਇੱਥੇ ਇਸੇ ਤਰ੍ਹਾਂ ਅਸੀਂ ਵੀ ਸਿਸਟਮ ਦਾ ਹਿੱਸਾ ਵਾਂ। ਅਸੀਂ ਇਕੱਲੇ ਉੱਠ ਕੇ ਕੋਈ ਫਿਲਮ ਛਾਇਆ ਕਰਨ ਵਾਲੇ ਨੂੰ, ਕੋਈ ਕਾਰਟੂਨ ਬਣਾਉਣ ਵਾਲੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੇ ਤਾਂ ਇਹ ਕੰਮ ਸਾਡੇ ਕੋਲੋਂ ਹੁੰਦਾ ਨਹੀਂ, ਠੀਕ ਹੈ। ਉਹ ਲੁਕ ਜਾਂਦੇ ਆ, ਇਹ ਕੰਮ ਕਰਕੇ ਛੁਪ ਜਾਂਦੇ ਆ, ਫਿਰ ਉਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਜਾਂਦੀ ਆ। ਜਿਹੜਾ ਵੀ ਬੰਦਾ ਉਹਨਾਂ ਬਿਲਡਿੰਗਸ ਦੇ ਨਜ਼ਦੀਕ ਪਾਇਆ ਜਾਂਦਾ, ਕੋਈ ਮਸ਼ਕੂਕ ਬੰਦਾ ਉਹਨਾਂ ਨੂੰ ਲੱਗਦਾ, ਉਹ ਫੜ ਲੈਂਦੇ ਆ। ਅਤੇ ਦੂਸਰੀ ਗੱਲ ਇਹ ਆ ਕਿ ਸਾਡੇ ਕੋਲ ਇਹ ਵੀ ਸਬਰ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਇਹ ਕਾਰਟੂਨ ਬਣਾਉਣ ਦਈਏ, ਫਿਲਮਾਂ ਬਣਾਉਣ ਦਈਏ ਔਰ ਬਰਦਾਸ਼ਤ ਕਰ ਲਈਏ। ਸਾਡੇ ਇੰਨਾ ਕਮਜ਼ੋਰ ਈਮਾਨ ਵੀ ਨਹੀਂ ਹੈ। ਅਖੀਰ ਅਸੀਂ ਕੀ ਕਰਦੇ ਹਾਂ, ਜ਼ੁਬਾਨ ਦੇ ਨਾਲ ਇਹਨੂੰ ਬੁਰਾ ਕਹਿੰਦੇ ਹਾਂ, ਦਿਲ ਦੇ ਵਿੱਚ ਤੇ ਬੁਰਾ ਅਸੀਂ ਜਾਨਣਾ ਹੀ ਜਾਨਣਾ। ਮੈਂ ਤੁਹਾਡੇ ਪਾਕਿਸਤਾਨੀਆਂ ਅੱਗੇ ਰਿਕੁਐਸਟ ਕਰਦਾ ਵਾਂ ਕਿ ਆ ਲੇਡੀ ਆਫ ਹੈਵਨ ਜਿਹੜੀ ਕਿ ਯੂਕੇ ਦੇ ਸਿਨੇਮਿਆਂ 'ਚ ਫਿਲਮ ਰਿਲੀਜ਼ ਕਰ ਰਹੇ ਆ, ਗੁਸਤਾਖਾਨਾ ਮਵਾਦ ਹੈ ਉਹਦੇ 'ਚ। ਮੈਂ ਉਹਦੀ ਤਫਸੀਲ ਨਹੀਂ ਕਰਾਂਗਾ ਕਿਉਂਕਿ ਇਹ ਚੀਜ਼ਾਂ ਹੁੰਦੀਆਂ, ਇਹਨਾਂ ਨੂੰ ਜਿੰਨਾ ਦਬਾ ਸਕੋ ਇਹਨਾਂ ਨੂੰ ਦਬਾਉਣਾ ਚਾਹੀਦਾ। ਇਹ ਇਸ ਤਰ੍ਹਾਂ ਦੀਆਂ ਕੋਈ ਤਸਵੀਰਾਂ, ਕੋਈ ਵੀਡੀਓ ਤੁਹਾਡੇ ਕੋਲ ਅਗਰ ਖੁਦਾ ਨਾ ਖਾਸਤਾ ਆ ਜਾਣ, ਅਸੀਂ ਉਹਦੇ 'ਤੇ ਮਜ਼ੰਮਤ ਕਰਨੀ ਹੈ, ਲੇਕਿਨ ਉਹਨਾਂ ਚੀਜ਼ਾਂ ਨੂੰ, ਤਸਵੀਰਾਂ ਨੂੰ ਅਸੀਂ ਅੱਗੇ ਨਹੀਂ ਫੈਲਾਉਣਾ। ਕਿਉਂਕਿ ਇਹ ਤੁਸੀਂ ਲੋਕਾਂ ਨੂੰ ਤਰਜੀਹ ਦੇ ਰਹੇ ਹੋ ਤਾਂ ਕਿ ਉਹ ਸ਼ੈਤਾਨ ਬੰਦੇ ਜਿਹੜੇ ਕਿ ਇਹ ਚਾਹੁੰਦੇ ਆ ਕਿ ਦਿਲ ਆਜ਼ਾਰੀ ਹੋਵੇ ਚੀਜ਼ਾਂ ਦੇਖ ਕੇ, ਤਸਵੀਰਾਂ ਦੇਖ ਕੇ, ਅਤੇ ਉਹਨਾਂ ਵਾਸਤੇ ਇਹ ਤਮਾਸ਼ਾ ਉਹਨਾਂ ਨੂੰ ਲੱਭ ਜਾਂਦਾ। ਹੁਣ ਇਹ ਚੀਜ਼ਾਂ ਮੈਨੂੰ ਤਾਂ ਲੱਗਦਾ ਕਿ ਇਹ ਸਾਰੀਆਂ ਪਲਾਨ ਹੈ ਕਿ ਮੁਸਲਮਾਨਾਂ ਨੂੰ ਕਿਸੇ ਵੀ ਤਰ੍ਹਾਂ ਉਹ ਸਟੇਬਲ ਨਹੀਂ ਹੋਣ ਦੇ ਰਹੇ। ਜਿਹੜੇ ਮੁਲਕਾਂ ਦੇ ਵਿੱਚ ਪ੍ਰੋਟੈਸਟ ਹੁੰਦਾ ਵਾ, ਉਹਨਾਂ ਮਮਾਲਿਕ ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕਰ ਲਿਆ ਵਾ। ਮੁਸਲਮਾਨਾਂ ਦੀ ਦਿਲ ਆਜ਼ਾਰੀ ਵਾਸਤੇ ਕੋਈ ਨਾ ਕੋਈ ਐਸੀ ਚੀਜ਼ ਘੜ ਲੈਂਦੇ ਆ ਜਿਹਦੇ ਨਾਲ ਮੁਸਲਮਾਨ ਜੋਸ਼ 'ਚ ਆਉਂਦੇ ਆ, ਆਪਣੇ ਕੰਮ ਕਾਰੋਬਾਰ ਛੱਡਦੇ ਆ, ਛੱਡ ਕੇ ਉਹ ਪ੍ਰੋਟੈਸਟ 'ਤੇ ਆ ਜਾਂਦੇ ਆ। ਹੋਰ ਹੱਲ ਹੀ ਕੋਈ ਨਹੀਂ। ਆਪਣੇ ਮੁਲਕਾਂ 'ਚ ਹੋਣ, ਜਿੱਥੇ ਤੱਕ ਹੁੰਦਾ ਉਹ ਤੋੜ ਭੰਨ ਵੀ ਕਰਦੇ ਆ। ਹਾਲਾਂਕਿ ਉਹ ਪ੍ਰੋਟੈਸਟ ਕਰਨ ਵਾਲੇ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਬੇਸ਼ੱਕ ਅਸੀਂ ਕਿਸੇ ਰਿਲੀਜੀਅਸ ਮੈਟਰ ਦੇ ਉੱਤੇ ਇhtਜਾਜ ਕਰ ਰਹੇ ਹਾਂ, ਲੇਕਿਨ ਇੱਕ ਉਹ ਗਰੀਬ ਬੰਦਾ ਜਿਹੜਾ ਰਕਸ਼ਾ ਚਲਾ ਰਿਹਾ ਵਾ ਜਾਂ ਪੈਟਰੋਲ ਪੰਪ ਵਾਲਾ ਵਾ, ਉਹਦਾ ਗੁਸਤਾਖੀ ਦੇ ਨਾਲ ਤਾਂ ਕੋਈ ਤਅੱਲਕ ਹੀ ਨਹੀਂ ਹੈਗਾ। ਨਾ ਹੀ ਉਸ ਬੰਦੇ ਦਾ ਕੋਈ ਲੈਣਾ ਦੇਣਾ ਉਸ ਗੱਲ ਦੇ ਨਾਲ ਕਿ ਅਸੀਂ ਜਾ ਕੇ ਉੱਥੇ ਇhtਜਾਜ ਅਸੀਂ ਫਰਾਂਸ ਦੇ ਖਿਲਾਫ ਕਰ ਰਹੇ ਹਾਂ, ਅਮਰੀਕਾ ਦੇ ਖਿਲਾਫ ਕਰ ਰਹੇ ਹਾਂ, ਅਤੇ ਅੱਗਾਂ ਅਸੀਂ ਆਪਣੇ ਮੁਲਕ ਚਲਾ ਰਹੇ ਹਾਂ। ਇਹੀ ਉਹ ਲੋਕ ਚਾਹੁੰਦੇ ਆ
ਅਸੀਂ ਪਿਛਲੀਆਂ ਦਹਾਈਆਂ ਤੋਂ ਇਹੀ ਦੇਖਦੇ ਆਏ ਹਾਂ ਕਿ ਜੋ ਹੀ ਕਿਸੇ ਵੀ ਮੁਸਲਮਾਨ ਕੰਟਰੀ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਠੀਕ ਹੋਣ ਲੱਗਦਾ ਵਾ, ਲੋਕਾਂ 'ਚ ਸ਼ਊਰ ਆਉਂਦਾ ਵਾ, ਬਿਜ਼ਨਸ ਕਰਨ ਦਾ, ਪੈਸਾ ਕਮਾਉਣ ਦਾ ਉਹਨਾਂ ਨੂੰ ਸ਼ੌਕ ਹੁੰਦਾ, ਉਹ ਸਾਲ ਦੇ ਵਿੱਚ ਇੱਕ ਵਾਰੀ ਜਾਂ ਸਾਲ ਬਾਅਦ ਕੋਈ ਐਸੀ ਸ਼ੈਤਾਨੀ ਚੀਜ਼ ਆ ਹੀ ਜਾਂਦੀ ਆ ਜਿਹਦੀ ਵਜ੍ਹਾ ਤੋਂ ਲੋਕ ਮੁਸ਼ਤਿਲ ਹੋ ਕੇ ਤੋੜ ਭੰਨ ਸ਼ੁਰੂ ਕਰ ਦਿੰਦੇ ਆ, ਅੱਗਾਂ ਲਾਣੀਆਂ ਸ਼ੁਰੂ ਕਰ ਦਿੰਦੇ ਆ, ਸਟਾਕ ਮਾਰਕੀਟ ਡਿੱਗ ਪੈਂਦੀ ਆ, ਇੰਟਰਨੈਸ਼ਨਲ ਲੈਵਲ 'ਤੇ ਸਾਡਾ ਜਿਹੜਾ ਮੁਲਕ ਦੀ ਇਮੇਜ ਹੈ ਉਹ ਖ਼ਰਾਬ ਹੋ ਜਾਂਦੀ ਆ। ਬਾਹਰੋਂ ਜਿਹੜੇ ਇਨਵੈਸਟਰ ਹੈ, ਚਾਈਨੀਜ਼ ਹੈ, ਅਮਰੀਕਨ ਹੈ ਜਾਂ ਕੋਈ ਹੋਰ ਕੰਟਰੀ ਆ, ਉਹ ਸਾਡੇ ਨਾਲ ਦੁਸ਼ਮਣੀ ਇਸ ਤਰ੍ਹਾਂ ਕੱਢਦੇ ਆ ਕਿ ਉਹ ਸਾਡੇ ਮੁਲਕ ਨੂੰ ਫਾਈਨੈਂਸ਼ੀਅਲੀ ਤਬਾਹ ਕਰਦੇ ਆ। ਫਿਰ ਆਟੇ ਦੀਆਂ ਲਾਈਨਾਂ ਲੱਗ ਜਾਂਦੀਆਂ, ਪੈਟਰੋਲ ਦੀਆਂ ਲਾਈਨਾਂ ਲੱਗ ਜਾਂਦੀਆਂ, ਚੀਨੀ ਦੀਆਂ ਲਾਈਨਾਂ ਲੱਗ ਜਾਂਦੀਆਂ। ਜਿਸ ਕੌਮ ਨੂੰ ਆਟਾ ਲਾਈਨਾਂ 'ਚ ਲਾ ਕੇ ਲੈਣਾ ਪੈਂਦਾ, ਉਹਨੂੰ ਬੰਬ ਮਾਰਨ ਦੀ ਤਾਂ ਲੋੜ ਹੀ ਕੋਈ ਨਹੀਂ ਅਮਰੀਕਾ ਨੂੰ। ਉਹ ਤਾਂ ਇੱਕ ਗੁਸਤਾਖਾਨਾ ਫਿਲਮ ਬਣਾਉਂਦੇ ਆ ਅਤੇ ਸਾਡਾ ਮੁਲਕ ਤਬਾਹ ਕਰ ਦਿੰਦੇ ਆ। ਮੇਰੀ ਹੁਣ ਤੁਹਾਡੇ ਅੱਗੇ ਰਿਕੁਐਸਟ ਇਹ ਆ ਸਾਰਿਆਂ ਅੱਗੇ ਕਿ ਇਹ ਸ਼ੈਤਾਨੀ ਕੰਮ ਇਸਲਾਮ ਤੋਂ ਪਹਿਲੇ ਵੀ ਹੁੰਦਾ ਰਿਹਾ। ਜਿਹੜੇ ਮਜ਼ਹਬ ਆਏ ਆ ਉਹ ਇਸਲਾਮ ਮੁਖਾਲਫਤ ਕਰਦੇ ਰਹੇ ਆ। 1400-1500 ਸਾਲ ਪਹਿਲੇ ਵੀ ਲੋਕਾਂ ਨੇ ਨਬੂਵਤ ਦੇ ਦਾਅਵੇ ਵੀ ਕੀਤੇ ਆ। ਇਮਾਮ ਮਹਿੰਦੀ ਵੀ ਲੋਕ ਬਣ ਰਹੇ ਆ। ਅਸੀਂ ਸਿਰਫ ਔਰ ਸਿਰਫ ਇੱਕ ਹਿਕਮਤ ਅਮਲੀ ਕਰਨੀ ਆ ਕਿ ਕਿਸੇ ਇੱਕ ਖਾਸ ਬੰਦੇ ਦੀ ਵਜ੍ਹਾ ਤੋਂ ਅਸੀਂ ਆਪਣੇ ਮੁਲਕ ਨੂੰ ਤਬਾਹ ਨਹੀਂ ਕਰਨਾ। ਅਗਰ ਉਹ ਬੰਦਾ, ਜਿਸ ਬੰਦੇ ਨੇ ਗੁਸਤਾਖੀ ਕੀਤੀ ਆ, ਅਗਰ ਉਹ ਸਾਨੂੰ ਲੱਭ ਜਾਂਦਾ ਵਾ ਜਾਂ ਜਿਹੜਾ ਬੰਦਾ ਇਹ ਕੰਮ ਕਰਦਾ ਉਹ ਲੱਭ ਜਾਂਦਾ, ਉਹਦੇ ਨਾਲ ਤੇ ਅਸੀਂ ਉਹ ਸਲੂਕ ਕਰੀਏ ਜਿਹੜਾ ਕਿ ਉਹ ਡਿਜ਼ਰਵ ਕਰਦਾ। ਲੇਕਿਨ ਅਸੀਂ ਆਪਣੇ ਮੁਲਕ ਦੇ ਵਿੱਚ ਤਬਾਹੀ ਨਹੀਂ ਲਿਆਣੀ ਕਿ ਕਾਰਟੂਨ ਫਰਾਂਸ 'ਚ ਬਣਨ ਦੇ ਆ, ਫਿਲਮ UK 'ਚ ਰਿਲੀਜ਼ ਹੋ ਰਹੀ ਆ ਔਰ ਅਸੀਂ ਅੱਗਾਂ ਲਾ ਰਹੇ ਹਾਂ ਪਾਕਿਸਤਾਨ 'ਚ। ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਇਹ ਇਲਤਮਾਸ ਹੈ ਕਿ ਪਲੀਜ਼ ਇਸ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਵਾ ਇਹਨੂੰ ਨਾ ਤਰਗੀਬ ਦਿਓ ਅਤੇ ਨਾ ਹੀ ਇਸ ਤਰ੍ਹਾਂ ਦੇ ਕਿਸੇ ਵੀ ਕੰਮ ਦੇ ਵਿੱਚ ਹਿੱਸਾ ਲਵੋ। ਇਹਤਜਾਜ ਕਰੋ, ਪੁਰਅਮਨ ਇਹਤਜਾਜ ਕਰੋ। ਸਾਡਾ ਰਾਈਟ ਹੈ, ਸਾਡਾ ਦੀਨ ਵੀ ਸਾਨੂੰ ਇਹ ਹੱਕ ਦਿੰਦਾ ਕਿ ਜਿਹੜੀ ਚੀਜ਼ ਸਾਡੇ ਦੀਨ ਦੇ ਨਾਲ ਟਕਰਾਉਂਦੀ ਆ, ਅਸੀਂ ਆਪਣੇ ਈਮਾਨ ਦੇ ਮੁਤਾਬਕ ਉਸ ਚੀਜ਼ ਦਾ ਰਿਐਕਸ਼ਨ ਦੇਣਾ। ਅੱਗੇ ਆ ਜਾਂਦੇ ਆ ਗੱਲ ਲੇਡੀ ਆਫ ਹੈਵਨ ਵਾਲਾ। ਹਲੇ ਰੌਲਾ ਚੱਲ ਰਿਹਾ ਵਾ ਵਿੱਚ ਹੀ, ਲੋਕ ਪਟੀਸ਼ਨਾਂ ਦਾਇਰ ਕਰ ਰਹੇ ਆ ਕੋਰਟ 'ਚ ਕਿ ਇਹ ਖ਼ਤਮ ਕੀਤੀ ਜਾਵੇ। ਇਮਰਾਨ ਖਾਨ ਨੇ UNO ਦੇ ਵਿੱਚ ਤੇ ਬਾਕੀ ਜਿਹੜੀਆਂ ਮੁਸਲਿਮ ਮਮਾਲਕ ਦਾ ਇਕੱਠ ਹੈ ਉਹਦੇ 'ਚ ਵੀ ਇਹ ਕੋਸ਼ਿਸ਼ ਕਰਕੇ ਰੂਲ ਪਾਸ ਕਰਾਇਆ ਸੀ ਕਿ ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਗੁਸਤਾਖਾਨਾ ਕੋਈ ਕੰਮ ਕਰੇਗਾ ਉਹਨੂੰ ਸਜ਼ਾ ਦਿੱਤੀ ਜਾਏ ਕਾਨੂੰਨੀ ਤੌਰ 'ਤੇ। ਉਹਦਾ ਅਦਾਲਤਾਂ 'ਚ ਕੇਸ ਚੱਲੇ, ਫਿਰ ਉਹਦਾ ਫੈਸਲਾ ਹੋਵੇ, ਜੱਜ ਡਿਸਾਈਡ ਕਰਨ ਕਿ ਇਸ ਬੰਦੇ ਦੇ ਨਾਲ ਕੀ ਕਰਨਾ। ਹੁਣ ਦੂਸਰੇ ਪਾਸੇ ਮੈਨੂੰ ਤਾਂ ਇਹ ਲੱਗਦਾ ਕਿ ਪ੍ਰੀ ਪਲਾਨ ਹੈ। ਪਹਿਲੇ ਪਾਕਿਸਤਾਨ ਦੇ ਵਿੱਚ ਇੰਪੋਰਟਡ ਹਕੂਮਤ ਆ ਗਈ ਹੈ। ਇਹੀ ਮੁਲਕ ਹੈ ਜਿਹੜਾ ਕਿ ਰਸ਼ੀਆ ਦੇ ਨਾਲ ਚੱਲ ਰਿਹਾ ਸੀਗਾ, ਕੋਈ ਟਰੇਡ ਕਰ ਰਿਹਾ ਸੀ ਉਹਨਾਂ ਦੇ ਨਾਲ, ਜਾਂ ਇਹਨਾਂ ਦਾ ਪ੍ਰੋਗਰਾਮ ਸੀ ਕਿ ਜਿਹੜਾ ਵੀ ਕੋਈ ਮੁਸਲਿਮ ਮਮਾਲਿਕ ਦੇ ਉੱਤੇ ਜ਼ਿਆਦਤੀ ਕਰਦਾ ਸੀ, ਤੁਰਕੀ, ਪਾਕਿਸਤਾਨ ਅਤੇ ਈਰਾਨ, ਇਹ ਕੋਸ਼ਿਸ਼ ਕਰਦੇ ਸੀ ਕਿ ਇਹ ਜਾ ਕੇ ਉਸ ਕੰਟਰੀ ਦੇ ਬਾਰੇ 'ਚ ਕੋਈ ਨਾ ਕੋਈ ਹੈਲਪ ਕਰਦੇ ਸੀ, ਜ਼ੁਬਾਨੀ, ਕਲਾਮੀ ਜਾਂ ਇਮਦਾਦ ਦੀ ਨਜ਼ਰ 'ਚ। ਪਾਕਿਸਤਾਨ ਐਸਾ ਕੰਟਰੀ ਆ, ਇੱਥੇ ਲੋਕ ਨਮਾਜ਼ ਪੜ੍ਹਨ ਨਾ ਪੜ੍ਹਨ, ਸ਼ਰਾਬ ਵੀ ਪੀਣਗੇ, ਜੂਆ ਵੀ ਖੇਲਣਗੇ, ਲੇਕਿਨ ਜਦੋਂ ਇਸਲਾਮ 'ਤੇ ਗੱਲ ਹੋਏਗੀ ਤਾਂ ਸਾਰੀ ਦੁਨੀਆ ਤੋਂ ਅੱਗੇ ਜਿਹੜੇ ਆ ਨਾ ਉਹ ਪਾਕਿਸਤਾਨੀ ਆ। ਅਮਲ ਸਾਡੇ ਕੋਲ ਕੋਈ ਨਹੀਂ ਹੋ, ਲੇਕਿਨ ਜਦੋਂ ਈਮਾਨ ਦੀ ਗੱਲ ਆਉਂਦੀ ਆ ਫਿਰ ਅਸੀਂ ਸਾਰਿਆਂ ਤੋਂ ਅੱਗੇ ਹੁੰਦੇ ਹਾਂ ਕਿ ਵੀ ਹਾਂ ਵੀ ਹੁਣ ਨਹੀਂ, ਜਾਂ ਆਪ ਨਹੀਂ ਤੇ ਜਾਂ ਅਗਲਾ ਨਹੀਂ। ਇਹ ਸਾਰਾ ਕੁਝ ਪ੍ਰੀ ਪਲਾਨ ਹੋ ਰਿਹਾ ਵਾ। ਅਸੀਂ ਇੱਥੇ UK 'ਚ ਬੈਠੇ ਹਾਂ। ਪਹਿਲੇ ਇਹਨਾਂ ਨੇ ਸਾਡੇ ਮੁਲਕ ਦੇ ਉੱਤੇ ਆ ਕੇ ਕਬਜ਼ਾ ਕੀਤਾ, ਉੱਥੇ ਉਹ ਚੋਰ ਲਟੇਰੇ ਲਿਆ ਕੇ ਬਿਠਾ ਦਿੱਤੇ। ਅੱਜ ਦੇਖ ਲਓ ਇਕੋਨਮੀ ਕਿੱਥੇ ਚਲੀ ਗਈ ਆ। ਇਕੋਨਮੀ ਉਹੀ ਇਮਰਾਨ ਖਾਨ, ਉਹੀ ਚੋਰ ਹਕੂਮਤ, ਉਹੀ ਨਾਅਹਿਲ ਬੰਦੇ ਸਿਹਤ ਕਾਰਡ ਵੀ ਦੇ ਰਹੇ ਸੀਗੇ, ਸਾਰਾ ਕੁਝ ਦੇ ਰਹੇ ਸੀ, ਲੇਕਿਨ ਜੋ ਹੀ ਉਹ ਗਏ ਆ ਤੇ ਇੱਥੇ ਸਾਰਾ ਕੁਝ ਜਿਹੜਾ ਵਾ ਉਹ ਡਿਸਟਰੋਏ ਹੋ ਗਿਆ। ਲੋਕਾਂ ਕੋਲ ਨਾ ਖਾਣ ਨੂੰ ਹੈ, ਲਾਈਨਾਂ ਲੱਗ ਗਈਆਂ, ਕੁਕਿੰਗ ਆਇਲ ਨਹੀਂ ਲੱਭਣ ਦਿਆ, ਪੈਟਰੋਲ ਨਹੀਂ ਲੱਭਣ ਦਿਆ, ਹਰ ਪਾਸੇ ਜਿਹੜੀ ਆ ਨਾ ਉਹ ਗੁਰਬਤ ਛਾ ਗਈ ਆ। ਦੂਸਰੇ ਪਾਸੇ ਇਹਨਾਂ ਨੇ ਲੇਡੀ ਆਫ ਹੈਵਨ ਰਿਲੀਜ਼ ਕਰ ਦਿੱਤੀ ਆ। ਇਹ ਵੀ ਇਹਨਾਂ ਦਾ ਪਲਾਨ ਸੀ ਕਿ ਕਿਹੜੇ ਟਾਈਮ ਦੇ ਉੱਤੇ ਕਿਹੜੇ ਮੁਲਕ ਨੇ ਜਾ ਕੇ ਰਿਐਕਸ਼ਨ ਦੇਣਾ ਵਾ ਤੇ ਅਸੀਂ ਕੰਮ ਉਸ ਹਿਸਾਬ ਨਾਲ ਕਰੀਏ।
ਅਸੀਂ ਵੀ ਕੰਪੈਰੀਟਿਵ ਰਿਲੀਜਨ ਤੋਂ ਬਿਲੋਂਗ ਕਰਦੇ ਹਾਂ। ਕੈਥੋਲਿਕ ਲੋਕ ਹੈ, ਕ੍ਰਿਸਚੀਅਨ ਲੋਕ ਹੈ, ਹਿੰਦੂ ਲੋਕ ਹੈ। ਅਸੀਂ ਤੇ ਉਹਨਾਂ ਦੇ ਬੁੱਤ ਬਣਾ ਕੇ ਉਹਨਾਂ ਦੀਆਂ ਬੇਹੁਰਮਤੀਆਂ ਨਹੀਂ ਕਰਨ ਦੇ। ਨਾ ਹੀ ਨਾਉਜ਼ ਬਿੱਲਾ ਮਿਨ ਜ਼ਾਲਿਕ ਈਸਾ ਅਲੈਹਿਸਲਾਮ ਦਾ ਕੋਈ ਕਰੈਕਟਰ ਅਸੀਂ ਉਛਾਲਣ ਦੇ ਹਾਂ। ਸਾਡੇ ਵਾਸਤੇ ਵੀ ਤੇ ਉਹ ਮੁਖਾਲਫ ਮਜ਼ਹਬ ਹੈ ਨਾ। ਇਸੇ ਤਰ੍ਹਾਂ ਸਾਡਾ ਦੀਨ ਸਾਨੂੰ ਇਹ ਅੱਲਾਹ ਤਾਲਾ ਨੇ ਵਾਜ਼ਿਹ ਕਹਿ ਦਿੱਤਾ ਕਿ ਇਹਨਾਂ ਦੇ ਨਾ ਹੋਣ ਵਾਲੇ ਖੁਦਾਵਾਂ ਨੂੰ ਗਾਲੀ ਨਾ ਦਿਓ, ਬੁਰਾ ਭਲਾ ਨਾ ਕਹੋ, ਕਿ ਇਹ ਨਾ ਹੋਵੇ ਕਿ ਇਹ ਤੁਹਾਡੇ ਹੋਣ ਵਾਲੇ ਖੁਦਾ ਨੂੰ ਇਹ ਬੁਰਾ ਭਲਾ ਕਹਿਣ। ਹੁਣ ਅਗਰ ਤੁਸੀਂ ਕਿਸੇ ਬੁੱਤ ਨੂੰ ਜਾਂ ਕਿਸੇ ਮੁਜੱਸਮੇ ਨੂੰ ਗਾਲ ਕੱਢਦੇ ਹੋ, ਉਹ ਤੇ ਅਸਲ 'ਚ ਐਗਜ਼ਿਸਟ ਹੀ ਨਹੀਂ ਕਰਦਾ। ਉਹ ਤੇ ਇੱਕ ਸਟੈਚੂ ਹੈ, ਨਾ ਤੇ ਉਹ ਖੁਦਾ ਵਾ, ਨਾ ਉਹਦਾ ਕੋਈ ਖੁਦਾ ਨਾ ਤਲਕ ਹੈ। ਹੁੰਦਾ ਕੀ ਆ ਕਿ ਅਸੀਂ ਬਜਾਏ ਕੋਈ ਇਲਮੀ ਡਿਬੇਟ ਕਰਨ ਦੀ, ਅਸੀਂ ਉਹ ਚੀਜ਼ ਦੇ ਉੱਤੇ ਗਾਲੀ ਗਲੋਚ ਸ਼ੁਰੂ ਕਰਦੇ ਹਾਂ, ਬਦਤਮੀਜ਼ੀ ਕਰਦੇ ਹਾਂ। ਉਹ ਜਿਹੜਾ ਸਾਡਾ ਖੁਦਾ ਕ੍ਰੀਏਟਰ ਅੱਲਾ, ਉਹ ਤੇ ਐਗਜ਼ਿਸਟ ਕਰਦਾ ਵਾ, ਦੁਨੀਆ ਚੱਲ ਰਹੀ ਆ ਉਹਦੇ ਤੇ। ਇੱਕ ਹਾਥੀ ਦਾ ਬੁੱਤ ਪਿਆ ਤੇ ਦੁਨੀਆ ਨੂੰ ਨਹੀਂ ਚਲਾ ਸਕਦਾ, ਜਾਂ ਬਾਂਦਰ ਦਾ ਬੁੱਤ ਪਿਆ ਤੇ ਦੁਨੀਆ ਦੇ ਵਿੱਚ ਨਾ ਉਹ ਆਪਣੇ ਮੂੰਹ ਤੋਂ ਮੱਖੀ ਨਹੀਂ ਉਡਾ ਸਕਦਾ ਹੈਗਾ, ਤਾਂ ਉਹਨੇ ਦੁਨੀਆ ਦੇ ਵਿੱਚ ਕੀ ਆਪਣਾ ਕਰੈਕਟਰ ਜਿਹੜਾ ਵਾ ਉਹ ਕੰਟਰੀਬਿਊਸ਼ਨ ਕਰਨੀ ਹੈ ਦੁਨੀਆ ਦੇ ਵਿੱਚ। ਇਹ ਅੱਲਾਹ ਤਾਲਾ ਵਾ ਜਿਹੜਾ ਸਿਸਟਮ ਨੂੰ ਚਲਾ ਰਿਹਾ, ਲੋਕਾਂ ਨੂੰ ਰੋਜ਼ਗਾਰ ਦੇ ਰਿਹਾ। ਸੂਰਜ ਔਰ ਚੰਦ ਸਿਤਾਰੇ ਹਰ ਚੀਜ਼ ਉਹਦੇ ਹੁਕਮ ਨਾਲ ਆਪਣੇ ਆਪਣੇ ਮਦਾਰ 'ਚ ਘੁੰਮ ਰਹੇ ਆ। ਔਰ ਕਿਸੇ ਚੀਜ਼ ਦੀ ਮਜਾਲ ਨਹੀਂ। ਉਹ ਗਰਮੀਆਂ ਵਾਲਾ ਫਰੂਟ ਸਰਦੀਆਂ 'ਚ ਨਹੀਂ ਨਿਕਲਦਾ, ਸਰਦੀਆਂ ਵਾਲਾ ਫਰੂਟ ਗਰਮੀਆਂ 'ਚ ਨਹੀਂ। ਜਿਹੜੀ ਜੜੀ ਬੂਟੀ ਨੂੰ ਹੁਕਮ ਹੁੰਦਾ ਉਹ ਆਪਣਾ ਸਿਰ ਕੱਢ ਲੈਂਦੀ ਹੈ ਜ਼ਮੀਨ 'ਚੋਂ। ਨਾ ਉੱਥੇ ਕੋਈ ਬੀਜ ਪਾਉਂਦਾ, ਨਾ ਉੱਥੇ ਕੋਈ ਖਾਦ ਪਾਉਂਦਾ। ਬਸ ਉਹ ਜਦੋਂ ਜਿਸ ਚੀਜ਼ ਨੂੰ ਹੁਕਮ ਹੁੰਦਾ ਉਹ ਆਪਣਾ ਸਿਰ ਚੁੱਕ ਲੈਂਦੀ ਆ। ਉਹ ਬੂਟੀ, ਉਹ ਫੁੱਲ ਜ਼ਮੀਨ 'ਚੋਂ ਨਿਕਲ ਆਉਂਦਾ। ਇਹ ਹੁਣ ਪਿਛਲੇ ਦਿਨਾਂ ਦੇ ਵਿੱਚ ਨੂਪਾ ਸ਼ਰਮਾ ਜਿਹੜੀ ਆ BJP ਦੀ, ਇਹ ਇੱਕ ਆਲਮੀ ਤੌਰ ਦੇ ਉੱਤੇ ਸਾਜ਼ਿਸ਼ ਹੋ ਰਹੀ ਆ। ਪਹਿਲੇ ਇਹਨਾਂ ਨੇ ਹਕੂਮਤ ਲਿਆ ਕੇ ਸਾਡੇ ਸਿਰ ਤੇ ਬਿਠਾਤੀ, ਸਾਡਾ ਮੁਲਕ ਤਬਾਹ ਕਰਤਾ। ਪਾਕਿਸਤਾਨ ਦੇ ਵਿੱਚ ਤੇ ਪਤਾ ਨਹੀਂ ਤੁਹਾਨੂੰ ਸਮਝ ਲੱਗਣ ਦਈ ਆ ਕਿ ਕੀ ਤਬਾਹੀ ਹੋ ਰਹੀ ਆ ਕਿ ਕੀ ਨਹੀਂ ਤਬਾਹੀ ਹੋ ਰਹੀ, ਲੇਕਿਨ ਸਾਨੂੰ ਇੱਥੇ ਬੜਾ ਤਕਲੀਫ ਹੋ ਰਹੀ ਆ ਕਿ ਜਿਹੜਾ ਸਾਨੂੰ ਅੱਗੇ ਨਜ਼ਰ ਆ ਰਹੀਆਂ ਸੀ ਚੀਜ਼ਾਂ, ਕਿ ਬੰਦਾ ਕਹਿੰਦਾ ਸੀ ਕਿ ਜੀ ਮੈਂ ਥੋੜ੍ਹਾ ਜਿਹਾ ਸੈਟਲ ਹੋ ਕੇ ਪਾਕਿਸਤਾਨ ਜਾ ਕੇ ਸੈੱਟ ਹੋ ਜਾ, ਮੈਂ ਉੱਥੇ ਜਾ ਕੇ ਕਾਰੋਬਾਰ ਕਰ ਲਾਂ। ਸਾਡੀਆਂ ਚੀਕਾਂ ਨਿਕਲ ਗਈਆਂ। ਅਸੀਂ ਹੁਣ ਪਾਕਿਸਤਾਨ ਜਾ ਕੇ ਕਰਾਂਗੇ ਕੀ? ਪਾਕਿਸਤਾਨ ਤੇ ਭਾਈ ਰੋਜ਼ ਖਬਰਾਂ ਆ ਰਹੀਆਂ ਵਾ, ਇੱਕ ਕਰਿਆਨਾ ਸਟੋਰ ਵਾਲਾ ਸੇਫ ਨਹੀਂ ਹੈਗਾ, ਉੱਥੇ ਆ ਕੇ ਕਲੈਸ਼ਨ ਦਾ ਬ੍ਰੈਸਟ ਮਾਰਦੇ ਆ। ਰੋਜ਼ CCTV ਦੀ ਤਸਵੀਰਾਂ ਲੱਭਦੀਆਂ, ਆਉਂਦੇ ਆ ਚਾਦਰਾਂ ਲੈ ਕੇ ਬ੍ਰੈਸਟ ਮਾਰਦੇ ਆ। 50,000 ਲੱਖ ਰੁਪਏ ਦੀ ਖਾਤਰ ਬੰਦਾ ਮਾਰ ਜਾਂਦੇ। ਕੁੱਤੇ ਬਿੱਲੇ ਨਾਲੋਂ ਤੇ ਘੱਟ ਜਿਹੜੀ ਕੀਮਤ ਹੈ ਉਹ ਲੱਗਣ ਦਈ ਹੈ ਇਨਸਾਨ ਦੀ। ਇੱਥੇ ਵੀ ਚੋਰੀਆਂ ਚਕਾਰੀਆਂ ਹੁੰਦੀਆਂ, ਲੜਾਈਆਂ ਝਗੜੇ ਹੁੰਦੇ ਆ, ਲੇਕਿਨ ਐਡਾ ਸੌਖਾ ਨਹੀਂ ਹੈਗਾ ਇੱਥੇ ਵੀ ਬੰਦਾ ਮਾਰਨਾ। ਕਿਤੇ ਹੁੰਦਾ, ਕਿਤੇ ਸ਼ਹਿਰ 'ਚ ਇੱਕ ਬੰਦਾ ਮਰ ਗਿਆ, 2 ਬੰਦੇ ਮਰ ਗਏ, ਪੂਰੀ ਦੁਨੀਆ 'ਚ ਕ੍ਰਾਈਮ ਹੋ ਰਿਹਾ। ਲੇਕਿਨ ਪਾਕਿਸਤਾਨ ਦੇ ਵਿੱਚ ਤੇ ਬੰਦਾ ਮਾਰਨਾ ਮਜ਼ਾਕ ਸਮਝ ਲਿਆ ਵਾ। ਫਿਰ ਉਸ ਤੋਂ ਬਾਅਦ 'ਚ ਕਬਜ਼ਾ ਗਰੁੱਪ ਆ ਗਏ ਆ, ਜ਼ਮੀਨਾਂ ਤੇ ਕਬਜ਼ਾ ਹੋ ਰਿਹਾ। ਜਿਹਦੀ ਜ਼ਮੀਨ ਚੰਗੀ ਲੱਗਦੀ ਉਹ ਪਾਵਰ 'ਚ ਉਹ ਕਬਜ਼ਾ ਕਰਕੇ ਬੈਠਾ। ਕੇਸ ਚੱਲ ਰਹੇ ਆ 50-50 ਸਾਲ, 40-40 ਸਾਲ ਉਹ ਬੰਦਾ ਕੋਰਟਾਂ ਕਚਹਿਰੀਆਂ 'ਚ ਫਿਰਦਾ ਵਾ, ਉਹਦੀ ਜ਼ਮੀਨ ਦਾ ਫੈਸਲਾ ਨਹੀਂ ਹੁੰਦਾ। ਓਵਰਸੀਜ਼ ਕਿਸ ਤਰ੍ਹਾਂ ਆ ਕੇ ਪਾਕਿਸਤਾਨ 'ਚ ਇਨਵੈਸਟ ਕਰਨਗੇ? ਅਸੀਂ ਗੱਲ ਕਰਦੇ ਹਾਂ ਨੂਪਾ ਸ਼ਰਮਾ ਦੀ। ਉਹ ਸਾਰਿਆਂ ਤੋਂ ਪਹਿਲੇ ਤੇ ਮੁਸਲਮਾਨ ਹੈ ਇੰਡੀਆ ਦੇ ਵਿੱਚ। ਜਿੱਦਣ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਵੀ ਜਿੱਧਰਲੇ ਪਾਸੇ ਮੁਸਲਮਾਨ ਹੈ ਉੱਥੇ ਪਾਕਿਸਤਾਨ ਬਣਾ ਲੈਂਦੇ ਆ, ਮੈਜੋਰਟੀ ਆ, ਚਲੋ ਆਪਣੇ ਰਿਸ਼ਤੇਦਾਰਾਂ ਨਾਲ, ਭੈਣਾਂ ਭਰਾਵਾਂ ਨਾਲ, ਮਹੱਲੇਦਾਰਾਂ ਦੇ ਨਾਲ ਤੁਸੀਂ ਉੱਥੇ ਮੂਵ ਹੋ ਜਾਓ, ਉਹਨੂੰ ਅਸੀਂ ਪਾਕਿਸਤਾਨ ਦਾ ਨਾਂ ਦੇ ਦਿੰਦੇ ਹਾਂ। ਅਮਨ ਸਕੂਨ ਨਾਲ ਰਹੋ, ਉੱਥੇ ਅਜ਼ਾਨ ਵੀ ਹੋਏਗੀ, ਨਮਾਜ਼ ਵੀ ਪੜ੍ਹਾਂਗੇ। ਇਹ ਜਿਹੜੇ ਕੰਜਰ ਟੈਪ ਲੋਕ ਹੈਗੇ ਸੀ ਮੁਸਲਮਾਨ, ਮੈਂ ਤੇ ਉਹਨਾਂ ਨੂੰ ਕੰਜਰ ਟੈਪ ਇਸ ਕਰਕੇ ਕਹਾਂਗਾ ਕਿ ਉਹਨਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਅਸੀਂ ਕੱਲ੍ਹ ਨੂੰ ਆਪਣੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਬਚਾਉਣੀਆਂ। ਉਹਨਾਂ ਨੂੰ ਸਿਰਫ ਇਹ ਸੀ ਕਿ ਉੱਥੇ ਕੋਈ ਮਾੜਾ ਚੰਗਾ ਸੈਟਲ ਸੀ ਤਾਂ ਉਹਨੇ ਕਿਹਾ ਜੀ ਠੀਕ ਹੈ ਮੈਂ ਤਾਂ ਇੱਥੇ ਖੁਸ਼ ਹੈ। ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਜਾਣਾ। ਅੱਜ ਉਹੀ ਬੰਦੇ ਜਿਹੜੇ ਆ ਦਿਓਬੰਦ ਦੇ ਮੋਹਰੀ ਆ ਸਾਰੇ, ਉਹ ਉੱਥੇ ਮੁਸ਼ਰਫ ਨੂੰ ਬੈਠ ਕੇ ਲਲਕਾਰਨ ਦੇ ਆ ਕਿ ਤੂੰ ਪਾਕਿਸਤਾਨ ਦੀ ਸਿਆਸਤ ਜਿਹੜੀ ਆ ਉਹ ਇੰਡੀਆ 'ਚ ਨਾ ਲੈ ਕੇ ਆ, ਤੇ ਇੱਥੇ ਅਸੀਂ ਮੁਸਲਮਾਨ ਹੈ। ਇਹ ਦਿਓਬੰਦ ਦੀ ਜਿਹੜੀ ਹਾਈ ਕਮਾਂਡ ਹੈ, ਇਹ ਉਹਦਾ ਬਿਆਨ ਹੈ ਕਿ ਤੁਸੀਂ ਪਾਕਿਸਤਾਨੀ ਸਿਆਸਤ ਇੱਥੇ ਨਾ ਚਮਕਾਓ, ਤੇ ਸਾਨੂੰ ਸਾਰੇ ਰਾਈਟ ਹੈ ਤੇ ਅਸੀਂ ਬੜੇ ਖੁਸ਼ ਹਾਂ ਇੱਥੇ। ਵਿੱਚੇ ਗੁਜਰਾਤ ਦੇ ਮੁਸਲਮਾਨ ਤੇ ਵਿੱਚੇ ਹੀ ਆ ਦਿਓਬੰਦ।
ਹੁਣ ਇਹਨਾਂ ਨੂੰ ਫਾਨਾ ਠੁਕਿਆ ਨਾ, ਹੁਣ ਦੇਖ ਲਓ ਕਿ ਉੱਥੇ ਮੁਸਲਮਾਨਾਂ ਦੇ ਕੀ ਹਾਲਾਤ ਹੈ। ਕਦੀ ਉਹ ਟ੍ਰੇਨਾਂ ਸਾੜਨ ਦੇ ਆ, ਕਦੀ ਗੁਜਰਾਤ 'ਚ ਕਤਲੇਆਮ ਕਰਨ ਦੇ ਆ, ਕਦੀ ਉਹ ਗਾਂ ਦਾ ਮੂਤ ਜਿਹੜਾ ਉਹ ਜ਼ਬਰਦਸਤੀ ਪਿਲਾ ਰਹੇ ਆ, ਕਦੀ ਉਹ ਸੂਰ ਦਾ ਗੋਸ਼ਤ ਲਿਆ ਕੇ ਉਹ ਕਹਿੰਦੇ ਆ ਖਾਓ, ਠੀਕ ਹੈ। ਫਿਰ ਇਸ ਤਰ੍ਹਾਂ ਦੀਆਂ ਘਨੌਨੀਆਂ BJP ਦੇ ਵਿੱਚ ਸਾਡੇ ਨਾਲ ਇੱਥੇ ਹਰਿਆਣਾ ਦੇ ਬੰਦੇ ਆ ਕੰਮ ਕਰਦੇ ਆ, ਗੁਜਰਾਤੀ ਹਿੰਦੂ ਹੈ, ਗੁਜਰਾਤੀ ਮੁਸਲਮਾਨ ਹੈ, ਨਿਊ ਦਿੱਲੀ ਦੇ ਸਾਡੇ ਬੰਦੇ ਦੋਸਤ ਜਾਣਨ ਵਾਲੇ ਆ, ਪੰਜਾਬ ਤੋਂ ਇੰਡੀਅਨ ਸਰਦਾਰ ਹੈ, ਸਿੱਖ ਹੈ। ਇਹ ਜਿਹੜਾ ਹਿੰਦੂ ਫਿਤਨਾ ਆ ਨਾ, ਇਹ ਪੂਰੀ ਦੁਨੀਆ ਦੇ ਵਿੱਚ ਸਮਝਦੇ ਆ ਕਿ ਸਾਡੇ ਤੋਂ ਵੱਧ ਕੇ ਕੋਈ ਨਹੀਂ ਹੈਗਾ। ਅਸੀਂ ਵੀ ਮੁਸਲਮਾਨ ਹੈ, ਅਸੀਂ ਵੀ ਕਿਸੇ ਜਗ੍ਹਾ 'ਤੇ ਆ ਕੇ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹਾਂ, ਲੇਕਿਨ ਅਸੀਂ ਕਮ ਅਜ਼ ਕਮ ਇਹ ਦੇਖਦੇ ਹਾਂ ਕਿ ਦੂਸਰੇ ਬੰਦੇ ਨੂੰ ਵੀ ਜੀਣ ਦਾ ਹੱਕ ਹੈ। ਇਹ ਹੁਣ ਇੰਡੀਆ ਦੇ ਵਿੱਚ ਮਸਜਿਦਾਂ ਤੋੜਨ ਦੇ ਆ, ਹਰ ਦੂਸਰੀ ਮਸਜਿਦ ਦੇ ਤੋੜਨ ਦੇ ਆ ਕਿ ਜੀ ਇੱਥੇ ਮੰਦਰ ਸੀਗਾ, ਮੰਦਰ ਨਿਕਲਿਆ ਆ ਜੀ, ਠੀਕ ਹੈ। ਇਸਲਾਮ ਨੇ ਸ਼ੁਰੂ ਦਿਨ ਤੋਂ ਜਿੰਨੇ ਵੀ ਅਕਲੀਅਤਾਂ ਸੀ ਉਹਨਾਂ ਨੂੰ ਉਹਨਾਂ ਦੇ ਪੂਰੇ ਹਕੂਕ ਦੇਣ ਦਾ ਹੁਕਮ ਹੈ। ਇਸਲਾਮ ਦੇ ਵਿੱਚ ਜੰਗ ਦੇ ਵੀ ਕਾਨੂੰਨ ਤੈਅ ਕੀਤੇ ਗਏ ਆ, ਉਹਦੇ ਕਵਾਨੀਨ ਹੈ, ਉਹਦੇ ਅਸੂਲ ਹੈ ਕਿ ਜੰਗ ਵੀ ਕਰਨੀ ਆ ਤਾਂ ਉਹਦੇ 'ਚ ਅਸੀਂ ਕਿਸੇ ਜਾਨਵਰ ਨੂੰ ਨਹੀਂ ਮਾਰਨਾ, ਕਿਸੇ ਬੁੱਢੇ ਨੂੰ ਨਹੀਂ ਮਾਰਨਾ, ਔਰਤਾਂ ਬੱਚਿਆਂ ਨੂੰ ਨਹੀਂ ਮਾਰਨਾ। ਔਰ ਉਹ ਸਿਪਾਹੀ, ਉਹ ਲੋਕ ਜਿਹੜੇ ਹਥਿਆਰ ਸਿੱਟਦੇ ਨੇ ਉਹਨਾਂ ਨਾਲ ਜੰਗ ਨਹੀਂ ਲੜਨੀ, ਜਿਹੜੇ ਬਿਮਾਰ ਲੋਕ ਹੈ ਉਹਨਾਂ ਨਾਲ ਨਹੀਂ ਜੰਗ ਲੜਨੀ, ਫਸਲਾਂ ਨਹੀਂ ਤਬਾਹ ਕਰਨੀਆਂ, ਦਰਖਤਾਂ ਨੂੰ ਨਹੀਂ ਤੋੜਨਾ। ਉਹਨਾਂ ਮੁਲਕਾਂ ਦੇ ਜਿਹੜੇ ਇਨਫਰਾਸਟਰਕਚਰ ਹੈ ਜਿਹਦੇ 'ਚ ਹਸਪਤਾਲ ਹੈ, ਮਸਾਜਿਦ ਹੈ, ਮਦਰਸੇ ਆ, ਚਰਚ ਹੈ, ਗਿਰਜੇ ਆ, ਟੈਂਪਲ ਜਿਹੜੀਆਂ ਵੀ ਇਬਾਦਤ ਗਾਹਾਂ ਵਾ ਉਹ ਗੈਰ ਮੁਸਲਮਾਂ ਦੀਆਂ, ਉਹਨਾਂ ਨੂੰ ਵੀ ਨਹੀਂ ਤੋੜਨਾ। ਇਹ ਇਸਲਾਮ ਦੇ ਵਿੱਚ ਕਲੀਅਰਲੀ ਕਹਿ ਦਿੱਤਾ ਗਿਆ ਔਰ ਪ੍ਰੈਕਟੀਕਲੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਚੀਜ਼ ਜਿਹੜੀ ਆ ਉਹ ਫਤਹ ਮੱਕਾ 'ਤੇ ਪ੍ਰੂਵ ਕਰਕੇ ਦੱਸੀ ਆ ਕਿ ਬਗੈਰ ਉੱਥੇ ਕਿਸੇ ਵੱਡੇ ਕਤਲੇਆਮ ਤੋਂ ਇੱਕ ਪੀਸਫੁਲੀ ਤੌਰ ਦੇ ਉੱਤੇ ਜਦੋਂ ਮੱਕਾ ਫਤਹ ਹੋਇਆ, ਉਹਨਾਂ ਲੋਕਾਂ ਨੂੰ ਦਾਵਤ ਦਿੱਤੀ ਗਈ ਕਿ ਵੀ ਆਉਣਾ ਚਾਹੁੰਦੇ ਹੋ ਇਸਲਾਮ 'ਚ ਤੇ ਆ ਜਾਓ, ਨਹੀਂ ਤੇ ਤੁਸੀਂ ਆਪਣੇ ਮਜ਼ਹਬ 'ਚ ਰਹੋ, ਲੇਕਿਨ ਇਸਲਾਮ ਦੇ ਨਾਲ ਨਾ ਟਕਰਾਵੋ। ਹੁਣ ਹੁੰਦਾ ਕੀ ਆ ਕਿ ਸਾਡੇ ਪਾਕਿਸਤਾਨ ਇੰਡੀਆ ਦੇ ਵਿੱਚ ਅਸੀਂ ਕੀ ਕਰਦੇ ਹਾਂ, ਸਾਡੇ ਜਾਹਿਲ ਮੁਸਲਮਾਨ ਤੇ ਜਾਹਿਲ ਅਦਰ ਫਿਰਕੇ ਵਾਲੇ ਤੇ ਜਾਹਿਲ ਗੈਰ ਮਜ਼ਹਬ, ਇਹ 'ਚ ਇਲਮ ਵਾਲੇ ਬੰਦਿਆਂ ਦੀ ਨਹੀਂ ਮੈਂ ਗੱਲ ਕਰਦਾ, ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਇਲਮ ਦਿੱਤਾ, ਉਹਦੇ 'ਚ ਮੁਸਲਮਾਨ ਵੀ ਆ, ਉਹਦੇ 'ਚ ਗੈਰ ਮਜ਼ਹਬ ਵੀ ਆ, ਗੈਰ ਫਿਰਕੇ ਵੀ ਆ। ਅਸੀਂ ਕੀ ਕਰਦੇ ਹਾਂ, ਜਾਹਲ ਬੰਦੇ ਦੋ ਬਹਿੰਦੇ ਆ, ਉਹ ਬੈਠ ਕੇ ਤੇ ਉਹ ਬਹਿਸੋ ਮੁਬਾਸਾ ਸ਼ੁਰੂ ਕਰ ਦਿੰਦੇ ਆ ਔਰ ਦੋਨਾਂ ਦੇ ਕੋਲ ਸਿਰਫ ਔਰ ਸਿਰਫ ਜਜ਼ਬਾਤ ਹੁੰਦੇ ਆ, ਨਾ ਕੋਈ ਇਲਮ ਹੁੰਦਾ, ਨਾ ਉਹਨਾਂ ਦੇ ਕੋਲ ਕੋਈ ਟੈਕਨੀਕ ਹੁੰਦੀ ਆ। ਉਹ ਬੈਠ ਕੇ ਜਦੋਂ ਬਹਿਸੋ ਮੁਬਾਸਾ ਕਰਦੇ ਆ, ਇੱਕ ਦੂਸਰੇ ਨੂੰ ਬੁਰਾ ਭਲਾ ਕਹਿੰਦੇ ਆ, ਫਿਰ ਉਹ ਗੱਲ ਵੱਧਦੀ ਉਹ ਚਲੀ ਜਾਂਦੀ ਆ। ਲਾਜ਼ਮੀ ਗੱਲ ਹੈ ਜਦੋਂ ਮੁਸਲਮਾਨ ਕਿਸੇ ਗੈਰ ਮਜ਼ਹਬ ਨੂੰ ਕੋਈ ਗੱਲ ਕਹੇਗਾ ਤੇ ਗੈਰ ਮਜ਼ਹਬ ਦੇ ਵੀ ਮੂੰਹ ਦੇ ਵਿੱਚ ਫਿਰ ਜ਼ੁਬਾਨ ਹੈ, ਉਹ ਫਿਰ ਤੁਹਾਨੂੰ ਉਲਟਾ ਪਲਟ ਕੇ ਜਿਹੜਾ ਉਹ ਤੁਹਾਨੂੰ ਕਹੇਗਾ। ਇੱਥੇ ਅਸੀਂ ਗੱਲ ਕਰਨ ਦੇ ਆ, ਅਸੀਂ ਕੰਮ ਕਰਦੇ ਹਾਂ ਲੋਕਾਂ ਦੇ ਨਾਲ, ਅਸੀਂ ਇੱਕ ਬੰਦੇ ਨੂੰ ਆਈਡੀਅਲ ਸਮਝਦੇ ਹਾਂ, ਉਹ ਸਾਡਾ ਆਈਡੀਅਲ ਹੈ। ਹੋ ਸਕਦਾ ਕਿ ਉਹ ਦੂਸਰੇ ਬੰਦੇ ਦਾ ਦੁਸ਼ਮਣ ਹੋਵੇ, ਦੂਸਰੇ ਲੋਕ ਉਹਨਾਂ ਨਫ਼ਰਤ ਕਰਦੇ ਹੋਣ, ਤੇ ਇਹ ਵੀ ਹੋ ਸਕਦਾ ਵਾ ਕਿ ਜਿਹੜਾ ਬੰਦਾ ਸਾਡਾ ਦੁਸ਼ਮਣ ਹੈ ਉਹ ਕਿਸੇ ਦਾ ਯਾਰ ਹੋਵੇ। ਇਹ ਦੁਨੀਆ ਦਾ ਤੇ ਅਸੂਲ ਹੈ, ਅੱਧੀ ਦੁਨੀਆ ਇਸ ਪਾਸੇ, ਅੱਧੀ ਦੁਨੀਆ ਉਸ ਪਾਸੇ ਆ। ਤੇ ਇਹ ਜਿਹੜਾ TV ਸ਼ੋਆਂ ਦੇ ਵਿੱਚ ਆ ਕੇ ਕਿਸੇ ਗੈਰ ਮਜ਼ਹਬ ਦੇ ਨਾਲ ਤੁਸੀਂ ਬਹਿਸੋ ਮੁਬਾਸਾ ਕਰਨਾ, ਫਿਰ ਉਹ ਨੂਪਾ ਸ਼ਰਮਾ ਨੇ ਜਿਹੜਾ ਗੁਸਤਾਖੀ ਕੀਤੀ ਆ, ਉਹ ਬਕਵਾਸ ਉਹਨੇ ਕੀਤੀ ਆ। ਹੁਣ ਮੁਸਲਮਾਨ ਜਿਹੜਾ ਵਾ, ਅਸੀਂ ਸਿਰਫ ਇਸ ਗੱਲ ਤੋਂ ਡਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਬੰਦੇ ਦੇ ਨਾਲ ਗੱਲ ਕਰਦੇ ਹੋ, ਪਹਿਲੇ ਤਾਂ ਤੁਸੀਂ ਕਿਸੇ ਬੰਦੇ ਦੇ ਨਾਲ ਇਹ ਮਜ਼ਹਬੀ ਬਹਿਸ ਹੀ ਨਾ ਛੇੜੋ। ਫਿਰ ਅਗਰ ਜੇ ਕੋਈ ਬੰਦਾ ਤੁਹਾਡੇ ਦੀਨ ਨੂੰ ਆ ਕੇ ਬੁਰਾ ਭਲਾ ਕਹਿੰਦਾ ਜਾਂ ਤੁਹਾਡੀ ਮੁਤਬਰਕ ਹਸਤੀਆਂ ਨੂੰ ਬੁਰਾ ਭਲਾ ਕਹਿੰਦਾ, ਫਿਰ ਤੁਹਾਡੇ ਕੋਲ ਦੋ ਆਪਸ਼ਨ ਹੈ, ਜਾਂ ਤਾਂ ਫਿਰ ਉਹਨੂੰ ਜਾਨੋਂ ਮਾਰੋ ਤੇ ਜਾਂ ਫਿਰ ਆਪ ਖੁਦਕੁਸ਼ੀ ਕਰ ਲਓ, ਕਿਉਂਕਿ ਇਹ ਗੱਲ ਤੁਸੀਂ ਆਪਣੇ ਕੰਨੀ ਵੀ ਸੁਣ ਲਈ ਆ, ਤੁਹਾਡੀਆਂ ਅੱਖਾਂ ਨੇ ਵੀ ਦੇਖ ਲਈ ਆ। ਹੁਣ ਤੁਹਾਨੂੰ ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ ਹੋ। ਇਸ ਕਰਕੇ ਇਹਨੂੰ ਸੀਰੀਅਸ ਸਮਝੋ, ਇਹ ਕੋਈ ਮਜ਼ਾਕ ਨਹੀਂ ਹੈਗਾ ਕਿ ਤੁਸੀਂ ਉੱਠੋ ਕਿਸੇ ਦੇ ਨਾਲ ਬਹਿਸ ਕਰੋ, ਉਸ ਬੰਦੇ ਦੇ ਮੁਤਬਰਕ ਬੰਦਿਆਂ ਨੂੰ ਉਹਦੀਆਂ ਰਿਸਪੈਕਟਿਵ ਚੀਜ਼ਾਂ ਨੂੰ ਗਾਲਾਂ ਕੱਢੋ ਤੇ ਉਹ ਮੁੜ ਕੇ ਉਲਟਾ ਤੁਹਾਨੂੰ ਕੱਢੇ, ਤੇ ਫਿਰ ਤੁਸੀਂ ਚੁੱਪ ਕਰਕੇ ਆ ਕੇ ਤੇ ਉਹਦੇ ਤੇ ਗੁਸਤਾਖੀ ਦਾ ਮੁਕੱਦਮਾ ਕਰ ਦਿਓ। ਇਹ ਕੋਈ ਤਰੀਕਾ ਕਾਰ ਨਹੀਂ। ਜਾਂ ਤੇ ਆਪਣੀ ਔਕਾਤ 'ਚ ਰਹੋ,
ਤੇ ਜਾਂ ਫਿਰ ਉਸ ਬੰਦੇ ਦਾ ਕੰਮ ਕਰੋ ਉੱਠਣ ਤੋਂ ਪਹਿਲੇ ਹੀ। ਫਿਰ ਕੋਰਟਾਂ ਕਚਹਿਰੀਆਂ ਨੇ ਕੋਈ ਨਹੀਂ ਫੈਸਲੇ ਕਰਨੇ, ਫਿਰ ਤੁਸੀਂ ਨਿਬੜੋ ਆਪਣੇ ਹੱਥੀ। ਹੁਣ ਉੱਥੇ ਟਾਕ ਸ਼ੋਅ ਦੇ ਵਿੱਚ ਬਹਿ ਕੇ ਉੱਥੇ ਉਹ ਸ਼ਿਵਲਿੰਗ ਨੂੰ ਚੰਗਾ ਮਾੜਾ ਉਹਨੇ ਕਿਹਾ ਪਿਛਲੀਆਂ ਨਸ਼ਿਸਤਾਂ ਦੇ ਵਿੱਚ, ਜਾਂ ਉੱਥੇ ਦੇ ਲੋਕਾਂ ਨੇ। ਇਹ ਚੀਜ਼ਾਂ ਤੇ ਐਗਜ਼ਿਸਟ ਹੀ ਨਹੀਂ ਕਰਦੀਆਂ। ਸ਼ਿਵਲਿੰਗ ਤੇ ਇੱਕ ਪੱਥਰ ਹੈ, ਅਸੀਂ ਪੱਥਰ ਨੂੰ ਗਾਲ ਕੱਢਾਂਗੇ, ਉਹ ਸਾਡੇ ਅੱਲਾ ਨੂੰ ਕੁਛ ਕਹਿਣਗੇ, ਸਾਡੇ ਨਬੀ ਨੂੰ ਕੁਛ ਕਹਿਣਗੇ, ਸਾਡੇ ਕੁਛ ਸ਼ੈ ਪੱਲੇ ਰਹਿ ਜਾਏਗੀ। ਅਸੀਂ ਉਹਨਾਂ ਨੂੰ ਕਿਉਂ ਦਾਵਤ ਦਈਏ ਕਿ ਅਸੀਂ ਉਹਨਾਂ ਦੇ ਪੱਥਰਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਈਏ, ਬੁਰਾ ਭਲਾ ਕਹੀਏ। ਤੇ ਉਹ ਸਾਡੀਆਂ ਮੁਤਬਰਕ ਹਸਤੀਆਂ ਜਿਨ੍ਹਾਂ ਦੇ ਨਾਲ ਸਾਡਾ ਮਰਨਾ ਜੀਣਾ ਵਾ, ਸਾਨੂੰ ਦੁਨੀਆ 'ਚ ਸਾਰਿਆਂ ਤੋਂ ਅਫਜ਼ਲ ਹੈ ਉਹ ਚੀਜ਼ਾਂ, ਅਸੀਂ ਉਹਨਾਂ ਦੀ ਬੇਹੁਰਮਤੀ ਕਰਾਈਏ। ਅਸੀਂ ਬੇਵਕੂਫ ਹੈ ਲੋਕ, ਸਾਨੂੰ ਚਾਹੀਦਾ ਹੀ ਨਹੀਂ। ਅਸੀਂ ਇਸਲਾਮ ਦੀ ਸਿਰਫ ਤਬਲੀਗ ਕਰ ਸਕਦੇ ਹਾਂ, ਕਿਸੇ ਬੰਦੇ ਦੇ ਨਾਮ ਮਜ਼ਹਬ ਨੂੰ ਗਾਲ ਕੱਢ ਸਕਦੇ ਹਾਂ, ਕਿਉਂਕਿ ਗਾਲ ਕੱਢਣ ਨਾਲ ਇੰਤਸ਼ਾਰ ਹੀ ਫੈਲਣਾ। ਹੁਣ ਅੱਜ ਇੰਡੀਆ 'ਚ ਕੀ ਹੋ ਰਿਹਾ, ਉਹ ਔਰਤ ਜਿਹੜੀ ਆ ਉਹਨੂੰ ਸਿਰਫ ਬੀਜੇਪੀ ਨੇ ਸਾਈਡ ਤੇ ਕਰ ਦਿੱਤਾ, ਨਾ ਉਹਦੇ ਤੇ ਕੋਈ ਮੁਕੱਦਮਾ ਹੋਇਆ, ਨਾ ਉਹਦੇ ਤੇ ਕੋਈ ਕੇਸ ਚੱਲਿਆ। ਹੋਇਆ ਕੀ ਆ, ਪੂਰੇ ਇੰਡੀਆ ਦੇ ਵਿੱਚ ਲੋਕਾਂ ਨੇ ਅੱਗਾਂ ਲਾਈਆਂ, ਨਾ ਰੇਹੜੀ ਵਾਲੇ ਦਾ ਕਾਰੋਬਾਰ ਰਿਹਾ, ਨਾ ਠੇਲੇ ਵਾਲੇ ਦਾ ਕਾਰੋਬਾਰ ਰਿਹਾ, ਮੁਲਕ 'ਚ ਜੰਗ ਲੱਗੀ ਹੈ। ਇਹੀ ਤੇ ਇਹ ਕਾਫਰ ਲੋਕ ਚਾਹੁੰਦੇ ਆ ਕਿ ਮੁਸਲਮਾਨ ਕਿਸੇ ਤਰੀਕੇ 'ਚ ਤਰੱਕੀ ਨਾ ਕਰ ਲੈਣ। ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਮੁਲਕ 'ਚ ਸ਼ੈਤਾਨੀ ਕੰਮ, ਸ਼ੈਤਾਨੀ ਫਿਲਮਾਂ, ਸ਼ੈਤਾਨੀ ਕਾਰਟੂਨ ਬਣਾਉਂਦੇ ਆ, ਬੰਦਾ ਲੱਭਦੇ ਆ ਕਿ ਸਾਲ 2 ਸਾਲ ਬਾਅਦ ਇਹਨਾਂ ਨੂੰ 8-10 ਅਰਬ ਦਾ ਅਸੀਂ ਨੁਕਸਾਨ ਦੇਣਾ ਹੀ ਦੇਣਾ। ਇਹ ਤੁਹਾਨੂੰ ਨਹੀਂ ਸਮਝ ਆ ਰਹੀ ਹੈਗੀ। ਤੁਸੀਂ ਸਿਰਫ ਬਾਹਰ ਨਿਕਲ ਕੇ ਨਾਅਰਾ ਮਾਰਦੇ ਹੋ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਜਦੋਂ ਇਹ ਨਾਅਰਾ ਮਾਰਦੀਆਂ, ਇਸ ਨਾਅਰੇ ਮਾਰਨ ਦੇ ਨਾਲ ਸਾਡੇ ਮੁਲਕ ਦੇ ਪੱਲੇ ਹੀ ਕੁਛ ਨਹੀਂ ਰਹਿ ਜਾਂਦਾ। ਅਸੀਂ ਹੁਣ ਸਮਝਦਾਰੀ ਦਾ ਸਬੂਤ ਦੇਣਾ ਵਾ। ਜਦੋਂ ਵੀ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਵਾ, ਉਹਨੂੰ ਇੱਕ ਅਮਲੀ ਤਰੀਕੇ ਦੇ ਨਾਲ, ਇਲਮੀ ਤਰੀਕੇ ਦੇ ਨਾਲ ਅਸੀਂ ਡੀਲ ਕਰਨਾ ਵਾ, ਨਾ ਕਿ ਆਪਣੇ ਮੁਲਕ ਨੂੰ ਹੀ ਨੁਕਸਾਨ ਪਹੁੰਚਾ ਦੇਣਾ, ਆਪਣੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ, ਅੱਗਾਂ ਲਾ ਦੇਣੀਆਂ। ਕਿਸੇ ਵੀ ਇhtਜਾਜ ਦੇ ਵਿੱਚ ਨਾ ਤਾਂ ਕੋਈ ਦੁਕਾਨ ਖੁੱਲ੍ਹਦੀ ਆ, ਨਾ ਕੋਈ ਰੇਹੜੀ ਵਾਲਾ ਉੱਥੇ ਸੌਦਾ ਵੇਚ ਸਕਦਾ, ਉਲਟਾ ਲੋਕ ਲੁੱਟਮਾਰ ਕਰਦੇ ਆ, ਮੁਲਕ ਤਬਾਹ ਕਰ ਦਿੰਦੇ ਆ। ਤੇ ਲਿਹਾਜ਼ਾ ਕਿਸੇ ਵੀ ਗੈਰ ਮੁਸਲਿਮ ਦੇ ਨਾਲ ਪਹਿਲੇ ਤੇ ਬਹਿਸ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਨਾ ਕਿਸੇ ਦੇ ਪੱਥਰ ਨੂੰ ਗਾਲ ਕੱਢੋ, ਨਾ ਉਹ ਤੁਹਾਡੇ ਰੱਬ ਨੂੰ ਕੁਛ ਕਵੇ। ਜਦੋਂ ਉਹ ਤੁਹਾਡੇ ਨਾਲ ਆਪ ਆ ਕੇ ਟਕਰਾ ਜਾਵੇ ਤਾਂ ਫਿਰ ਉਹਦੀਆਂ ਨਸਲਾਂ ਨੂੰ ਦੱਸ ਦਿਓ, ਫਿਰ ਕੋਰਟਾਂ 'ਚ ਕੇਸ ਲੈ ਕੇ ਨਾ ਜਾਓ। ਜਦੋਂ ਤੁਸੀਂ ਇਹ ਗੱਲ ਕਰੋ ਤਾਂ ਜ਼ਿਹਨੀ ਤੌਰ ਤੇ ਤਿਆਰ ਹੋਵੋ ਕਿ ਤੁਸੀਂ ਸਿਰ ਦੇਣਾ ਵਾ। ਹੁਣ ਇਹ ਗੱਲ ਨਹੀਂ ਹੋਣੀ ਕਿ ਤੁਸੀਂ ਡਰਾਮਾ ਕਰਨਾ, ਉੱਥੇ ਬਹਿ ਕੇ ਟੀਵੀ ਸ਼ੋਅ ਦੇ ਉੱਤੇ ਉਹਨਾਂ ਦੇ ਪੱਥਰ ਨੂੰ ਗਾਲ ਕੱਢ ਕੇ ਮੁੜ ਕੇ ਆਪਣੇ ਨਬੀ ਦੀ ਗੁਸਤਾਖੀ ਕਰਕੇ ਘਰ ਆ ਜਾਣਾ ਤੁਸੀਂ, ਤੇ ਸਪੀਕਰਾਂ 'ਚ ਬਹਿ ਕੇ ਐਲਾਨ ਕਰ ਦੇਣਾ, ਫੇਸਬੁੱਕ ਤੇ ਇhtਜਾਜ ਸ਼ੁਰੂ ਕਰ ਦੇਣਾ। ਇਹ ਨਹੀਂ, ਤੁਸੀਂ ਵੀ ਉਸ ਗੁਨਾਹ 'ਚ ਉਨੇ ਹੀ ਬਰਾਬਰ ਦੇ ਸ਼ਰੀਕ ਹੋ ਜਿੰਨਾ ਉਹ ਗੁਸਤਾਖ ਹੈ, ਕਿਉਂਕਿ ਤੁਸੀਂ ਉਹਨੂੰ ਦਾਵਤ ਦੇ ਰਹੇ ਹੋ ਕਿ ਆ ਕੇ ਮੇਰੇ ਦੀਨ ਨੂੰ ਗਾਲ ਕੱਢ, ਆ ਕੇ ਸਾਡੀਆਂ ਹਸਤੀਆਂ ਨੂੰ ਗਾਲਾਂ ਕੱਢੋ, ਨਾ ਜਾ ਕੇ ਟੀਵੀ ਸ਼ੋਅ 'ਚ ਇਹਨਾਂ ਕੰਜਰ ਲੋਕਾਂ ਨਾਲ ਬੈਠੋ। ਤੁਹਾਨੂੰ ਕੁੱਤੇ ਨੇ ਵੱਡੇ ਆ। ਇੰਡੀਆ 'ਚ ਤੁਹਾਡੀ ਕੁੱਤੇ ਜਿੰਨੀ ਕਦਰ ਨਹੀਂ ਹੈਗੀ। ਤੁਸੀਂ ਕਹਿੰਦੇ ਸੀ ਕਿ ਜੀ ਅਸੀਂ ਬੜੇ ਚੰਗੇ ਆ, ਮੁਸ਼ਰਫ ਨੂੰ ਤੁਸੀਂ ਕਹਿੰਦੇ ਸੀ ਕਿ ਆਪਣੇ ਮੁਲਕ 'ਚ ਜਾ ਕੇ ਸਿਆਸਤ ਕਰ। ਹੁਣ ਤੁਹਾਨੂੰ ਉਹਨਾਂ ਨੇ ਫਾਨਾ ਠੋਕਿਆ ਵਾ, ਨਾ ਤੁਹਾਨੂੰ ਅਜ਼ਾਨ ਦੇਣ ਦੀ ਇਜਾਜ਼ਤ ਹੈ, ਨਾ ਤੁਸੀਂ ਉੱਥੇ ਆਪਣੀ ਨਮਾਜ਼ ਪੜ੍ਹ ਸਕਦੇ ਹੋ ਮਸਜਿਦ ਤੋਂ ਬਾਹਰ ਕਿਤੇ। ਲੁਕ ਛੁਪ ਕੇ ਤੁਸੀਂ ਆਪਣਾ ਦੀਨੀ ਪ੍ਰੈਕਟਿਸਾਂ ਕਰ ਰਹੇ ਹੋ, ਠੀਕ ਹੈ। ਤੇ ਕੀ ਜ਼ਰੂਰਤ ਹੈ ਤੁਹਾਨੂੰ ਜਾ ਕੇ ਉਹਨਾਂ ਹਿੰਦੂਆਂ ਦੇ ਨਾਲ ਗਲਤ ਮਲਤ ਗੱਲਾਂ ਕਰਨ ਦੀ, ਮੁੜ ਕੇ ਗੁਸਤਾਖੀਆਂ ਕਰਵਾਉਣ ਦੀ? ਕੋਈ ਚੀਜ਼ ਹਾਸਲ ਹੁੰਦੀ ਹੈ ਤੁਹਾਨੂੰ? ਜੇ ਇੰਨੀ ਤੁਹਾਡੇ 'ਚ ਪਾਵਰ ਹੈ ਤਾਂ ਤੁਸੀਂ ਜਾ ਕੇ ਉੱਥੇ ਉਹ ਬਾਬਰੀ ਮਸਜਿਦ ਤੋੜ ਦਿੱਤੀ ਹੈ। ਤੁਹਾਡੇ 'ਚ ਪਾਵਰ ਹੈ ਮੁਸਲਮਾਨਾਂ 'ਚ, ਇੰਡੀਆ ਵਾਲਿਆਂ ਦੇ ਵਿੱਚ, ਕਿ ਜਾ ਕੇ ਕਰੋ। ਇਹੀ ਹਾਲ ਕਸ਼ਮੀਰੀਆਂ ਦਾ, ਜਿਹੜੇ ਪਾਕਿਸਤਾਨ ਬੈਠੇ ਆ, ਉਹਨਾਂ ਦੇ ਵੀ ਦਿਲ ਦੇ ਵਿੱਚ ਕੋੜ ਹੈ ਪਾਕਿਸਤਾਨ ਦੇ ਬਾਰੇ 'ਚ, ਠੀਕ ਹੈ। ਅਸੀਂ ਇੱਥੇ ਕੰਮ ਕਰਦੇ ਆ, ਸਾਨੂੰ ਤੇ ਮੂੰਹ ਤੇ ਉਹ ਕਹਿੰਦੇ ਆ, ਉਹ ਕਹਿੰਦੇ ਜੀ ਪਾਕਿਸਤਾਨ ਦਾ ਕਸ਼ਮੀਰ ਦੇ ਨਾਲ ਕੀ ਲੈਣਾ ਦੇਣਾ। ਤੇ ਗੱਲ ਵੀ ਠੀਕ ਹੈ। ਅੱਜ ਉਹ ਜਿਹੜਾ ਯਾਸੀਨ ਸਾਹਿਬ ਹੈ ਫੜੇ ਗਏ ਆ ਉੱਥੇ ਇੰਡੀਆ ਦੇ ਵਿੱਚ, ਮੁਸਲਮਾਨ ਹੈ, ਕੋਈ ਵੀ ਹੈ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਮੁਲਕ ਦਾ, ਸਾਨੂੰ ਉਹਦੇ ਨਾਲ ਅੱਲਾਹ ਤਾਲਾ ਨੇ ਜਦੋਂ ਕਹਿਤਾ ਕਿ ਸਾਰੇ ਮੁਸਲਮਾਨ ਇੱਕ ਜਿਸਮ ਦੀ ਮਾਨਦ ਹੈ, ਕਿਸੇ ਨੂੰ ਵੀ ਤਕਲੀਫ ਹੁੰਦੀ ਆ ਤਾਂ ਸਾਰਿਆਂ ਨੂੰ ਤਕਲੀਫ ਹੁੰਦੀ ਹੈ। ਸਾਡਾ ਇਹਦੇ ਤੇ ਬਲੀਵ ਵੀ ਆ। ਇਹੀ ਬੁੱਢੀ ਉਹਦੀ ਜਿੱਦਣ ਇਮਰਾਨ ਖਾਨ ਆ ਕੇ ਕੇਸ ਲੜ ਰਿਹਾ ਸੀ, UNO 'ਚ ਜਾ ਰਿਹਾ ਸੀ, ਕਸ਼ਮੀਰ ਦੀ ਗੱਲ ਕਰ ਰਿਹਾ ਸੀਗਾ, ਉਦਣ ਇਹ ਕਹਿਣ ਡਈ ਸੀ ਕਿ ਇਮਰਾਨ ਖਾਨ ਸਾਡੀ ਮੁਲਕ ਦੀ ਸਿਆਸਤ ਨਾ ਲੜੇ, ਕਸ਼ਮੀਰ ਦੀ ਸਿਆਸਤ ਨਾ ਲੜੇ।
ਅੱਜ ਉਹ ਕਹਿੰਦੇ ਹੀ ਆ ਕਿ ਜੀ 25 ਤਰੀਕ ਨੂੰ ਤੁਸੀਂ ਨਾ ਕਰੋ, 25 ਤਰੀਕ ਨੂੰ ਉਹਨੇ ਫਾਂਸੀ ਦੇ ਦੇਣੀ ਆ। ਬੀਬੀ ਜਿੱਦਣ ਉਹ ਤੇਰੇ ਖਸਮ ਵਾਸਤੇ ਬਾਹਰ ਨਿਕਲਣ ਦਿਆ ਸੀ, ਕਸ਼ਮੀਰੀਆਂ ਲਈ ਬਾਹਰ ਨਿਕਲਣ ਦਿਆ ਸੀ, ਉਦਣ ਤੇ ਤੂੰ ਆ ਕੇ ਕਹਿਣ ਦਈ ਸੀ, ਤੇਰੀ ਤੂਤੀ ਬੋਲਣ ਦਈ ਸੀ ਕਿ ਕਸ਼ਮੀਰ ਤੇ ਸਿਆਸਤ ਨਾ ਕਰੋ, ਕਸ਼ਮੀਰ ਇੰਡੀਪੈਂਡੈਂਟ ਹੈ। ਵੀ ਅਸੀਂ ਕਿਦੋਂ ਕਹਿੰਦੇ ਆ ਸਾਡਾ ਕਸ਼ਮੀਰ 'ਚ ਅਸੀਂ ਜਾ ਕੇ ਝੋਨਾ ਬੀਜਣਾ ਵਾ, ਅਸੀਂ ਤੇ ਕਰਾਚੀ ਜਾ ਕੇ ਕੁਛ ਨਹੀਂ ਕਰਨਾ। ਜਿਹੜਾ ਬੰਦਾ ਜਿਸ ਸਿਟੀ 'ਚ ਰਹਿ ਰਿਹਾ, ਜਿਹਦਾ ਜਿੱਥੇ ਕੰਮ ਕਾਰੋਬਾਰ ਹੈ, ਉਹ ਉੱਥੇ ਹੀ ਬੈਠਾ ਵਾ। ਅਸੀਂ ਸਿਰਫ ਚਾਹੁੰਦੇ ਹਾਂ ਕਿ ਮੁਸਲਮਾਨ ਅਜ਼ੀਅਤ 'ਚ ਨਾ ਰਹਿਣ। ਕੱਲ ਉਹੀ ਔਰਤ ਜਿਹੜੀ ਕੱਲ ਇਮਰਾਨ ਖਾਨ ਨੂੰ ਇਹ ਨਸੀਹਤਾਂ ਕਰਦੀ ਸੀ ਕਿ ਆਪਣੇ ਕੰਮ ਨਾਲ ਕੰਮ ਰੱਖੋ, ਸਾਡੀਆਂ ਕਸ਼ਮੀਰ ਤੇ ਸਿਆਸਤ ਨਾ ਕਰੋ, ਅੱਜ ਉਹੀ ਔਰਤ ਕਹਿਣ ਦਈ ਇਮਰਾਨ ਖਾਨ ਨੂੰ ਤੂੰ ਰੈਲੀ ਨਾ ਕੱਢ, ਤੂੰ ਆਹ ਨਾ ਕਰ, ਤੂੰ ਉਹ ਨਾ ਕੱਢ। ਸਾਨੂੰ ਫਿਰ ਵੀ ਤਕਲੀਫ ਹੈ, ਲੇਕਿਨ ਗੱਲ ਸਿਰਫ ਇਹ ਕਰ ਰਹੇ ਹਾਂ ਕਿ ਤੁਸੀਂ ਆਪਣੀ ਔਕਾਤ 'ਚ ਰਵੋ। ਪਾਕਿਸਤਾਨ ਵਾਲੇ ਕਸ਼ਮੀਰ 'ਚ ਹਲੇ ਉਹ ਕੀ ਕਹਿੰਦੇ ਉਹਨੂੰ ਕੰਧਾਂ ਦੇ ਉੱਤੇ ਲਿਖਣ ਦੇ ਆ ਕਿ ਜੀ ਕਸ਼ਮੀਰ ਤੇ ਜੇ ਤਾਂ ਉਹ ਅੱਗੇ ਪਿੱਛੇ। ਇੱਥੇ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਪੁੱਛੋ, ਉਹ ਜੀ ਅਸੀਂ ਕਸ਼ਮੀਰੀ ਆ। ਵੀ ਠੀਕ ਆ, ਤੁਸੀਂ ਕਸ਼ਮੀਰੀ ਹੋ, ਪਾਸਪੋਰਟ ਤੁਹਾਡੇ ਕੋਲ ਹਰਾ ਵਾ, ਤੁਸੀਂ ਕਸ਼ਮੀਰੀ ਪਾਸਪੋਰਟ ਲੈ ਕੇ ਉਹਦੇ ਤੇ ਟਰੈਵਲ ਕਰੋ ਨਾ, ਤੇ ਫਿਰ ਤੁਸੀਂ ਕਹੋਗੇ ਅਸੀਂ ਪਾਕਿਸਤਾਨੀ ਆ। ਜਦੋਂ ਗੱਲ ਹੁੰਦੀ ਆ ਜੀ ਤੁਸੀਂ ਕਿੱਥੋਂ, ਜੀ ਮੈਂ ਬਲੋਚਿਸਤਾਨ ਤੋਂ ਆ। ਮੈਂ ਕਿਹਾ ਵੀ ਬਲੋਚਿਸਤਾਨ ਤੋਂ ਤਾਂ ਹੈ ਵਾਂ, ਬਲੋਚਿਸਤਾਨ ਤੂੰ ਇਹ ਕਹਿ ਦੇ ਪਾਕਿਸਤਾਨੀ ਆ ਮੈਂ, ਨਹੀਂ ਜੀ ਮੈਂ ਬਲੋਚਿਸਤਾਨ ਤੋਂ ਆ। ਬੰਦਾ ਇੱਕ ਦਿਨ ਮੈਨੂੰ ਡਰਾਈਵਰ ਮਿਲਿਆ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਕਿੱਥੋਂ ਆ? ਉਹ ਸੁੱਕਾ ਜਿਹਾ ਬਿਲਕੁਲ ਨਾ, ਬੰਦਾ ਚੰਗੀ ਉਹਦੇ ਚਪੇੜ ਮਾਰੇ ਤੇ ਗਸ਼ੀ ਉਹਨੂੰ ਪੈ ਜਾਵੇ। ਤਾਂ ਮੈਨੂੰ ਕਹਿੰਦਾ, ਮੈਂ ਕਿਹਾ ਵੇਅਰ ਯੂ ਫਰੋਮ? ਕਹਿੰਦਾ ਆਮ ਫਰੋਮ ਬਲੋਚਿਸਤਾਨ। ਮੈਂ ਕਿਹਾ ਵੀ ਬਲੋਚਿਸਤਾਨ ਪਾਕਿਸਤਾਨ? ਕਹਿੰਦਾ ਨੋ ਫਰੋਮ ਬਲੋਚਿਸਤਾਨ। ਮੈਂ ਕਿਹਾ ਸਦਕੇ ਜਾਵਾਂ ਤੇਰੇ। ਤੇ ਇਹ ਤਾਂ ਸਾਡੇ ਕਸ਼ਮੀਰੀਆਂ ਦਾ ਤਾਂ ਬਲੋਚੀਆਂ ਦਾ ਹਾਲ ਹੈ। ਉਹ ਬਾਹਰ ਪਾਕਿਸਤਾਨੀ ਆਪਣੇ ਆਪ ਨੂੰ ਕਹਾਣਾ ਹੀ ਨਹੀਂ ਚਾਹੁੰਦੇ। ਪਾਸਪੋਰਟ ਦੇ ਉੱਤੇ ਉਹਨਾਂ ਨੇ ਲਿਖਿਆ ਜੀ ਇਸਲਾਮੀ ਜਮਹੂਰੀਆ ਪਾਕਿਸਤਾਨ, ਤੇ ਜਦੋਂ ਗੱਲ ਉਹਨਾਂ ਨਾਲ ਕਰਦੇ ਆ ਤੇ ਉਹ ਕਹਿੰਦੇ ਜੀ ਅਸੀਂ ਕਸ਼ਮੀਰੀ। ਅਸੀਂ ਵੀ ਕਹਿੰਦੇ ਠੀਕ ਆ, ਤੁਸੀਂ ਕਸ਼ਮੀਰੀ ਰਵੋ, ਕਸ਼ਮੀਰ ਦਾ ਭਾਜੀ ਪਾਸਪੋਰਟ ਵੀ ਕੱਢੋ। ਫਿਰ ਜੇ ਤੁਹਾਡੇ 'ਚ ਇੰਨਾ ਪਾਣੀ ਆ ਨਾ, ਫਿਰ ਤੁਸੀਂ ਪਾਕਿਸਤਾਨ ਦਾ ਪਾਸਪੋਰਟ ਨਾ ਇਸਤੇਮਾਲ ਕਰੋ। ਜੇ ਤੁਸੀਂ ਉੱਥੇ ਪਾਕਿਸਤਾਨ ਦੇ ਖਿਲਾਫ ਨਾਅਰੇ ਲਾਣੇ ਆ ਆਜ਼ਾਦ ਕਸ਼ਮੀਰ ਦੇ ਵਿੱਚ, ਅਸੀਂ ਨਹੀਂ ਚਾਹੁੰਦੇ, ਨਾ ਸਾਡਾ ਕਸ਼ਮੀਰ ਦੇ ਤੇ ਕਬਜ਼ਾ ਕਰਨ ਦਾ ਪ੍ਰੋਗਰਾਮ ਹੈ, ਨਾ ਅਸੀਂ ਕਸ਼ਮੀਰ 'ਚੋਂ ਜਾ ਕੇ ਕੁਛ ਕੱਢਣਾ। ਸਾਡਾ ਸਿਰਫ ਔਰ ਸਿਰਫ ਤੁਹਾਡੇ ਦੇ ਨਾਲ ਪਿਆਰ ਮੁਹੱਬਤ ਇਹ ਆ ਕਿ ਤੁਸੀਂ ਆਪਣੇ ਹਕੂਕ ਦੇ ਵਿੱਚ ਜੀਓ, ਆਪਣੀ ਇੱਜ਼ਤ ਦੇ ਨਾਲ ਰਵੋ, ਕਸ਼ਮੀਰ ਦੇ ਵਿੱਚ ਵੀ ਤੇ ਦੁਨੀਆ 'ਚ ਜਿੱਥੇ ਕਿਤੇ ਵੀ ਹੋ। ਇਸ ਕਰਕੇ ਆਪਣੀ ਚੱਡੀ 'ਚ ਰਹਿ ਕੇ ਗੱਲ ਕਰੋ, ਆਪਣੀ ਔਕਾਤ ਦੇ ਹਿਸਾਬ ਨਾਲ ਗੱਲ ਕਰੋ। ਅਸੀਂ ਸਾਰੇ ਪਾਕਿਸਤਾਨੀ ਆ, ਕੋਈ ਬਲੋਚੀ ਆ, ਕੋਈ ਪੰਜਾਬੀ ਆ, ਕੋਈ ਪਠਾਨ ਹੈ, ਜਿਹੜਾ ਵੀ ਆ। ਅਸੀਂ ਇੱਥੇ ਬਾਹਰਲੇ ਮੁਲਕਾਂ 'ਚ ਆ ਕੇ ਅਮਨ ਦੇ ਨਾਲ ਰਹਿੰਦੇ ਆ। ਬਾਹਰ ਕੋਈ ਮਸਲਾ ਨਹੀਂ ਹੈਗਾ। ਇੱਥੇ ਹਿੰਦੂ ਵੀ ਦੋਸਤ ਹੈ, ਸਿੱਖ ਵੀ ਦੋਸਤ ਹੈ, ਸਾਰਾ ਕੁਛ ਹੀ ਚੱਲ ਰਿਹਾ ਵਾ, ਠੀਕ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ ਅਨੂਪਾ ਸ਼ਰਮਾ ਨੇ ਜਿਹੜਾ ਡਰਾਮਾ ਕੀਤਾ, ਗੁਸਤਾਖੀ ਕੀਤੀ ਆ, ਇਹ ਕੰਮ ਨਹੀਂ ਠੰਡਾ ਹੋਇਆ। ਉਸ ਤੋਂ ਬਾਅਦ 'ਚ ਇਹਨਾਂ ਨੇ ਉਹ ਸਿੱਧੂ ਮੂਸੇਵਾਲਾ ਮਾਰ ਦਿੱਤਾ। ਇਹ ਬੀਜੇਪੀ ਜਿਹੜੀ ਆ, ਇਹ ਜਿਹੜੇ ਹਿੰਦੂ ਹੈ, ਇਹਨਾਂ ਦਾ ਇੱਕ ਪ੍ਰੋਪਰ ਪਲਾਨ ਹੈ ਕਿ ਜਿਹੜਾ ਬੰਦਾ ਸਿਰ ਕੱਢਦਾ ਵਾ ਇਹ ਉਹਨੂੰ ਉੱਥੇ ਰਹਿਣ ਨਹੀਂ ਦਿੰਦੇ। ਉਹ ਹੁਣ ਸਿੱਧੂ ਮੂਸੇਵਾਲਾ ਗਰੀਬ ਜਿਹੜਾ ਉਹ ਸਿੰਗਰ ਸੀ, ਉਹਨੂੰ ਤਦ ਮਰਵਾਤਾ ਕਿ ਉਹ ਲੋਕਾਂ ਨੂੰ ਮਗਰ ਲਾਉਣ ਲੱਗ ਪਿਆ ਸੀ, ਉਹ ਲੋਕਾਂ ਨੂੰ ਸ਼ਊਰ ਦੇਣ ਲੱਗ ਪਿਆ ਸੀ ਕਿ ਤੁਸੀਂ ਆਪਣਾ ਹੱਕ ਕਿਸ ਤਰ੍ਹਾਂ ਲੈਣਾ, ਠੀਕ ਹੈ। ਉਹ ਆਹਿਸਤਾ ਆਹਿਸਤਾ ਸਿਆਸਤ ਵੱਲ ਆਇਆ। ਹੁਣ ਕਿਸੇ ਤਰ੍ਹਾਂ ਪਹਿਲੇ ਇਹਨਾਂ ਨੇ ਪੰਜਾਬ 'ਚ ਨਸ਼ਾ ਲਿਆਂਦਾ, ਨਸ਼ਾ ਲਿਆ ਕੇ ਲੋਕਾਂ ਨੂੰ ਮਾਰਿਆ। ਜਿਹੜੇ ਜਵਾਨ ਸੀ ਉਹਨਾਂ ਨੂੰ ਇਹਨਾਂ ਨੇ ਕਮਜ਼ੋਰ ਕੀਤਾ ਕਿ ਕਿਤੇ ਇਹ ਖਾਲਿਸਤਾਨ ਦੀ ਤਹਿਰੀਕ ਨਾ ਇੱਥੇ ਚੱਲ ਪਵੇ। ਹੁਣ ਬੀਜੇਪੀ ਜਿਹੜੀ ਆ ਉਹ ਚਾਹੁੰਦੀ ਆ ਕਿ ਇੰਡੀਆ 'ਚ ਸਿਰਫ ਹਿੰਦੂ ਰਹਿਣ, ਠੀਕ ਹੈ। RSS ਦੀ ਉਹ ਪਾਲਿਸੀ ਇਹ ਆ ਕਿ ਸਿਰਫ ਹਿੰਦੁਸਤਾਨ ਹਿੰਦੂਆਂ ਲਈ ਆ, ਨਾ ਉੱਥੇ ਸਿੱਖ ਐਗਜ਼ਿਸਟ ਕਰਦੇ ਆ, ਨਾ ਹਿੰਦੂ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਤੇ ਨਾ ਹੀ ਕੋਈ ਹੋਰ ਕੌਮ। ਮੁਸਲਮਾਨਾਂ ਦੇ ਤੇ ਉਹ ਖੁੱਲੇ ਦੁਸ਼ਮਣ ਹੈ ਨਾ। ਸਿੱਖਾਂ ਦੇ ਨਾਲ ਵੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਸਿੱਧੂ ਮੂਸੇਵਾਲੇ ਨੇ ਆ ਕੇ ਗੌਰਮੈਂਟ ਦੀ ਗੱਲ ਕੀਤੀ, ਗੌਰਮੈਂਟ 'ਚ ਆਇਆ, ਉਹ ਇਹ RSS ਦੀਆਂ ਪਾਲਿਸੀਆਂ ਦੇ ਖਿਲਾਫ ਸੀਗਾ, ਇਹਨਾਂ ਨੇ ਉਹਨੂੰ ਵੀ ਮਰਵਾ ਦਿੱਤਾ। ਹੁਣ ਹੁੰਦਾ ਕੀ ਆ ਕਿ ਉਹ ਇੱਕ ਦੋ ਬੰਦਿਆਂ ਨੂੰ ਸਿਰਫ ਨਾ ਇਹਨਾਂ ਨੇ ਗੈਂਗਸਟਰ ਬਣਾ ਦਿੱਤਾ ਵਾ। ਪਿੱਛੇ ਪੋਲੀਟੀਕਲ ਪਾਰਟੀਆਂ ਹੀ ਹੈ। ਜਿਹੜਾ ਬੰਦਾ ਜੇਲ੍ਹ 'ਚ ਬੈਠਾ ਉਹ ਬਾਹਰ ਬੰਦੇ ਮਰਵਾ ਰਿਹਾ, ਉਹ ਸਲਮਾਨ ਖਾਨ ਨੂੰ ਧਮਕੀਆਂ ਦੇਣ ਦਿਆ ਵਾ। ਇਹ ਕੋਈ ਤਰੀਕਾਕਾਰ ਤਾਂ ਨਹੀਂ ਕਿ ਉੱਥੇ ਦੀਆਂ ਜਿਹੜੀਆਂ ਉਹ ਪੁਲਿਸ ਹੈ, ਉੱਥੇ ਦੀਆਂ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਉਹ ਗਾਂਡੂ ਹੈ ਕਿ ਬੰਦਾ ਜੇਲ੍ਹ ਦੇ ਵਿੱਚ ਬੈਠਾ ਵਾ ਤੇ ਉਹ ਸੈਲੀਬ੍ਰਿਟੀਆਂ ਮਰਵਾ ਰਿਹਾ ਤੇ ਉਹ ਖੱਤ ਭੇਜਣ ਦਿਆ ਵਾ ਤੇ ਵੀਡੀਓ ਕਾਲਾਂ ਕਰ ਰਿਹਾ ਉੱਥੇ ਜੇਲ੍ਹ 'ਚ ਬਹਿ ਕੇ। ਇਹਦੇ ਤੋਂ ਸਾਬਤ ਇਹ ਹੁੰਦਾ ਕਿ ਇਹ ਲੋਕ ਜਿਹੜੇ ਆ, ਇਹ ਕੋਈ ਸਿੱਖਾਂ ਦੇ ਨਾਲ ਨਹੀਂ ਕੋਈ ਭਿੜ ਹੋ ਰਹੀ।
ਇਹ ਹਿੰਦੂ ਸਿੱਖ ਫਸਾਦ ਹੋ ਰਿਹਾ ਵਾ, ਕਿਉਂਕਿ ਉਹ ਇੰਡੀਆ 'ਚ ਚਾਹੁੰਦਾ ਹੀ ਨਹੀਂ ਕਿ ਕੋਈ ਹਿੰਦੂਆਂ ਦੇ ਬਰਾਬਰ ਆਵੇ। ਅੱਗੇ ਤਾਂ ਨਿਕਲਣ ਦੀ ਕੀ ਲੋੜ ਹੈ। ਉਹ ਬੰਦਾ ਲੋਕਾਂ 'ਚ ਸ਼ੌਰ ਦੇਣ ਲੱਗ ਪਿਆ। ਉਹਨੇ ਕਿਹਾ ਮੈਂ ਗਾਣੇ ਗਾਉਂਦਾ ਸੀ, ਲੋਕ ਮੈਨੂੰ ਮੰਨਦੇ ਆ, ਮੈਂ ਕਿਉਂ ਨਾ ਸਿਆਸਤ 'ਚ ਆਵਾਂ, ਪੰਜਾਬ 'ਚ ਜਿਹੜਾ ਨਸ਼ਾ ਇਹਨੂੰ ਖਤਮ ਕਰਾਂ, ਲੋਕਾਂ ਦੀ ਭੁੱਖ ਖਤਮ ਕਰਾਂ, ਇਹਨਾਂ ਨੂੰ ਰਾਈਟ ਦਿਆਂ। ਜਿਸ ਪਿੰਡ ਤੋਂ ਬਿਲੋਂਗ ਰੱਖਦਾ ਉੱਥੇ ਬੱਸ ਨਹੀਂ ਸੀ ਜਾਂਦੀ, ਠੀਕ ਹੈ, ਉੱਥੇ ਸੜਕ ਕੋਈ ਨਹੀਂ ਸੀਗੀ। ਉਹਨੇ ਡਿਵੈਲਪਮੈਂਟ ਕਰਵਾਈ, ਉੱਥੇ ਉਹਨੇ ਇਲੈਕਸ਼ਨ ਕਰਾਏ। ਉਹ ਵੀ ਇਨਸਾਨ ਸੀ, ਉਹ 'ਚ ਵੀ ਕੋਈ ਗਲਤੀਆਂ ਹੋਣਗੀਆਂ, ਲੇਕਿਨ ਗੱਲ ਇਹ ਆ ਕਿ ਇਹ ਸਿੱਧੂ ਮੂਸੇ ਨੂੰ ਆਲੇ ਨੂੰ ਮਰਵਾਉਣ 'ਚ, ਇਹ ਗੁਸਤਾਖਾਨਾ ਕੰਮ ਕਰਾਉਣ 'ਚ, ਇਹ ਸਾਰਾ ਇਹਨਾਂ ਦਾ ਪ੍ਰੀ ਪਲਾਨ ਹੈ। ਇਹ ਚਾਹੁੰਦੇ ਆ ਕਿ ਕੋਈ ਐਸੀ ਗੱਲ ਕਰੋ, ਸਾਲ 6 ਮਹੀਨੇ ਬਾਅਦ ਮੁਸਲਮਾਨ ਜਿਹੜੇ ਸੜਕਾਂ 'ਤੇ ਆ ਜਾਣ, ਕੰਮ ਕਾਰੋਬਾਰ ਛੱਡ ਦੇਣ, ਇਹਨਾਂ ਦੀ ਜੇਬ 'ਚ ਜਿਹੜੇ 4 ਪੈਸੇ ਆ ਇਹ ਵੀ ਖਤਮ ਹੋ ਜਾਣ, ਅਤੇ ਦੁਬਾਰਾ ਤੋਂ ਫਿਰ ਉਹ ਕੋਲੂ ਦੇ ਢੱਗੇ ਵਾਂਗੂ ਘੁੰਮਣ ਲੱਗ ਪੈਣ। ਤੁਸੀਂ ਅਕਲਮੰਦੀ ਦਾ ਮੁਜ਼ਾਹਰਾ ਕਰੋ। ਅਸੀਂ ਦੁਆ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਕੋਈ ਦਿਲ ਅਜ਼ਾਰੀ ਵਾਲੀਆਂ ਚੀਜ਼ਾਂ ਅੱਲਾਹ ਤਾਲਾ ਸਾਨੂੰ ਇਸ ਤੋਂ ਮਹਿਫੂਜ਼ ਹੀ ਰੱਖੇ, ਤੇ ਬਿਲਕੁਲ ਹੋਸ਼ ਦੇ ਨਾਖੂਨ ਲਵੋ। ਆਪਣੇ ਮੁਲਕ ਨੂੰ ਨਾ ਤਬਾਹ ਕਰੋ, ਨਾ ਹੀ ਇਹਦੇ 'ਚ ਕੋਈ ਵੀ ਦੰਗਾ ਫਸਾਦ ਕਰੋ। ਜਿਹੜਾ ਪੁਰਅਮਨ ਇਹਤਜਾਜ ਹੈ ਉਹ ਦੁਨੀਆ ਦੇ ਹਰ ਹਿੱਸੇ ਦੇ ਵਿੱਚ, ਖਿੱਤੇ ਦੇ ਵਿੱਚ ਕਰਨਾ ਜਿਹੜਾ ਉਹ ਜਾਇਜ਼ ਹੈ। ਪੁਰਅਮਨ ਇਹਤਜਾਜ ਕਰੋ। ਬਹੁਤ ਸਾਰਾ ਖਿਆਲ ਰੱਖੋ ਆਪਣਾ। ਇਨਸ਼ਾਅੱਲਾ ਦੁਆਵਾਂ 'ਚ ਯਾਦ ਰੱਖੋ। ਸਲਾਮ ਅਲੈਕੁਮ।